ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸ਼ੁਰੂ ਕਰਨ ਲੱਗੇ ਜੀ ਅਸਾਈਨਮੈਂਟਾਂ। ਠੀਕ ਹੈ, ਜਿਹੜਾ ਅੱਜ ਲੈਕਚਰ ਲੱਗ ਰਿਹਾ ਤੁਹਾਨੂੰ ਅਸਾਈਨਮੈਂਟਾਂ ਬਣਾ ਕੇ ਦਿੱਤੀਆਂ ਭਾਈ ਮੈਂ। ਠੀਕ ਹੈ, ਇੱਕ ਅਸਾਈਨਮੈਂਟ ਦੇ ਵਿੱਚ 45 ਤੋਂ 50 ਸਵਾਲ ਮਿਲਣਗੇ। ਠੀਕ ਹੈ, ਆਪਾਂ ਜਿਹੜੇ ਇੰਪੋਰਟੈਂਟ ਟੌਪਿਕ ਹੈਗੇ ਉਹੀ ਡਿਸਕਸ ਕਰਾਂਗੇ। ਅਤੇ ਭਾਈ ਹਰੇਕ ਬੱਚੇ ਨੂੰ ਮੇਰੀ ਇਹੀ ਬੇਨਤੀ ਕਿ ਜਿਹੜੀਆਂ ਅਸਾਈਨਮੈਂਟਾਂ ਹੈਗੀਆਂ ਇਹ ਹਰੇਕ ਬੱਚੇ ਨੇ ਲਾਉਣੀਆਂ, ਚਾਹੇ ਤਾਂ ਉਹ ਬੱਚਾ ਮੈਥ ਦੇ ਵਿੱਚ ਪੂਰਾ ਪਰਫੈਕਟ ਹੈ। ਜੇ ਤਾਂ ਮੈਥ ਦੇ ਵਿੱਚ ਪੂਰਾ ਪਰਫੈਕਟ ਆ ਬੱਚਾ, ਉਹਨੇ ਤਾਂ ਇਹ ਕਲਾਸ ਲਾਉਣੀ ਹੈ ਮਤਲਬ ਤਿਆਰੀ ਵਜੋਂ। ਜਿਹੜਾ ਬੱਚੇ ਨੂੰ ਮੈਥ ਬਿਲਕੁਲ ਵੀ ਨਹੀਂ, ਉਹਦਾ ਜ਼ੀਰੋ ਲੈਵਲ 'ਤੇ ਬਸ ਇਸ ਤੋਂ ਪੜ੍ਹੂ ਆਏ ਕਿ ਬਸ ਮੇਰਾ ਜ਼ੀਰੋ ਆਊ ਪੇਪਰ ਦੇ ਵਿੱਚ, ਤਾਂ ਉਹ ਬੱਚੇ ਦੀ ਵੀ ਕਲਾਸ ਲਾਉਣੀ ਹੈ। ਅਤੇ ਜਿਹੜੇ ਇਹ ਸਵਾਲ ਮੈਂ ਕਰਵਾ ਰਿਹਾ ਇਹਨਾਂ ਦੇ ਜਿਹੜੇ ਤਰੀਕੇ ਹੈ ਉਹ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ ਕਿ ਇੱਥੋਂ ਆਪਾਂ ਐਂ ਕਰਕੇ ਐਂ ਕਰਨਾ। ਠੀਕ ਹੈ, ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ। ਠੀਕ ਹੈ, ਜਲਦੀ ਤੋਂ ਜਲਦੀ ਹੁਣ ਆਪਣਾ ਟਾਰਗੇਟ ਹੈਗਾ 60K ਦਾ। ਠੀਕ ਹੈ, ਦੇਖੋ ਬੱਚਿਓ, ਮੈਥ ਤੁਸੀਂ ਅੱਜ ਤੱਕ ਬਹੁਤ ਜਾਣੇ ਤੋਂ ਕੀਤਾ ਹੋਊਗਾ, ਬਹੁਤ ਕਲਾਸਾਂ ਲੱਗੀਆਂ ਹੋਣਗੀਆਂ ਮੈਥ ਦੀਆਂ ਤੁਸੀਂ ਅੱਜ ਤੱਕ। ਠੀਕ ਹੈ, ਪਰ ਜਿਹੜਾ ਤਰੀਕਾ ਤੁਹਾਨੂੰ ਮੈਂ ਕਰਵਾਉਣ ਜਾ ਰਹੇ ਹਾਂ, ਪਹਿਲਾਂ ਵੀ ਕਰਵਾਇਆ ਤਰੀਕੇ ਦਾ ਬਹੁਤ ਫ਼ਰਕ ਹੈ। ਦੇਖੋ, ਜੇ ਤੁਹਾਨੂੰ ਲੈਂਥੀ ਮੈਥਡ ਦਾ ਸਵਾਲ ਨਹੀਂ ਕਰਾਉਣਾ ਮੈਂ, ਕਿਉਂਕਿ ਜੇ ਲੈਂਥੀ ਮੈਥਡ ਦਾ ਸਵਾਲ ਕਰਾਤੇ ਤਾਂ ਫਿਰ ਆਪਣੇ ਤੇ ਫਿਰ ਤੁਸੀਂ ਕਿਤਾਬਾਂ ਤੋਂ ਦੇਖ ਕੇ ਕਰ ਸਕਦੇ ਹੋ, ਹੈ ਨਾ। ਫਿਰ ਤਾਂ ਤੁਹਾਨੂੰ ਮੇਰੀ ਜ਼ਰੂਰਤ ਹੀ ਨਹੀਂ ਹੈਗੀ ਜੇ ਤੁਸੀਂ ਲੈਂਥੀ ਮੈਥਡ ਵਾਲੇ ਸਵਾਲ ਕਰਦੇ ਆ। ਤਾਂ ਕਰਕੇ ਆਪਣਾ ਜਿਹੜਾ ਤਰੀਕਾ ਹੈਗਾ, ਆਪਣਾ ਤਰੀਕਾ ਹੁੰਦਾ ਹਮੇਸ਼ਾ ਛੋਟਾ। ਤੁਹਾਨੂੰ ਪਤਾ ਹੈਗਾ, ਮੈਨੂੰ ਪਤਾ ਕਿ ਤੁਸੀਂ ਸਾਰੇ ਮਤਲਬ ਉਹ ਬੱਚੇ ਜਿਹੜਾ ਮੈਥ ਦੇ ਵਿੱਚ ਹੱਥ ਤੰਗ ਹੈ। ਠੀਕ ਹੈ, ਤਾਂ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ। ਇੱਕ ਨਾ ਜਖਾਵ ਨੇ ਬਹੁਤ ਦੁਖੀ ਕੀਤਾ ਵਾ ਯਾਰ। ਦੇਖੋ ਜੀ, ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਲਾਭ ਅਤੇ ਹਾਨੀ ਕੀ ਹੁੰਦੀ ਹੈ। ਲਾਭ ਅਤੇ ਹਾਨੀ ਕੀ ਹੁੰਦੀ ਹੈ। ਮੰਨ ਲਓ ਕੋਈ ਚੀਜ਼ ਆਪਾਂ 100 ਰੁਪਏ ਦੀ ਲੈ ਆਏ, ਉਹਨੂੰ ਆਪਾਂ ਆ ਕੇ 110 ਰੁਪਏ ਦੀ ਵੇਚਤਾ, ਤਾਂ ਕਿੰਨੇ ਰੁਪਏ ਲਾਭ ਹੋ ਗਿਆ? 10 ਰੁਪਏ ਲਾਭ। ਕੋਈ ਚੀਜ਼ ਆਪਾਂ 100 ਰੁਪਏ ਦੀ ਲੈ ਆਏ, ਉਹਨੂੰ ਆ ਕੇ 90 ਦੀ ਵੇਚਤਾ, ਤਾਂ ਕਿੰਨਾ ਫਰਕ ਪੈ ਜਾਊਗਾ? 10 ਰੁਪਏ ਆਪਾਂ ਨੂੰ ਕੀ ਹੋ ਜੂਗੀ? ਹਾਨੀ। ਬਸ ਇਹੀ ਹਾਨੀ ਹੈ, ਇਹੀ ਲਾਭ ਹੈਗਾ। ਅਤੇ ਹੁਣ ਤੁਹਾਨੂੰ ਮੈਂ ਕਰਵਾਉਣਾ ਤਰੀਕਾ ਕੋਈ ਨਹੀਂ ਲਵਾਉਣਾ, ਕੋਈ ਨਹੀਂ ਐਡੇ ਮੈਥਡ ਉਹ ਆਪਾਂ ਕੋਈ ਨਹੀਂ ਲਾਉਣਾ। ਆਪਾਂ ਓਨਲੀ ਸਿਰਫ ਅਤੇ ਸਿਰਫ ਉਹੀ ਸਵਾਲ ਕਰਨਾ ਜਿਹੜੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਨੂੰ ਲੱਗਦਾ ਕਿ ਆ ਸਕਦੇ ਆ। ਦੇਖੋ, ਪਹਿਲਾ ਸਵਾਲ ਹੈਗਾ ਭਾਈ ਮੇਰਾ ਇਹ, ਕਹਿੰਦਾ ਕਿਸੇ ਵਸਤੂ ਨੂੰ 100 ਰੁਪਏ 'ਤੇ ਵੇਚਣ 'ਤੇ, ਕਿਸੇ ਵਸਤੂ ਨੂੰ 100 ਰੁਪਏ 'ਤੇ ਵੇਚਣ 'ਤੇ 10 ਰੁਪਏ ਲਾਭ ਹੁੰਦਾ ਹੈਗਾ। ਠੀਕ ਹੈ, ਯਾਦ ਰੱਖਣੀ ਗੱਲ, ਕਿਸੇ ਵਸਤੂ ਨੂੰ ਆਪਾਂ ਕਿੰਨੇ ਦੀ ਵੇਚਤਾ? 100 ਰੁਪਏ ਦੀ ਵੇਚਦੇ ਆ, ਤਾਂ ਉਹਦੇ ਕਿੰਨਾ ਲਾਭ ਹੁੰਦਾ ਹੈਗਾ? 10 ਰੁਪਏ ਲਾਭ ਹੁੰਦਾ ਹੈਗਾ। ਠੀਕ ਹੈ ਜੀ, ਕਹਿੰਦਾ ਉਹ ਚੀਜ਼ ਕਿੰਨੇ ਦੀ ਸੀ? ਉਹ ਚੀਜ਼ ਕਿੰਨੇ ਦੀ ਸੀ ਅਸਲ ਦੇ ਵਿੱਚ? ਕਹਿੰਦਾ 90 ਰੁਪਏ ਦੀ ਚੀਜ਼ ਸੀ। ਠੀਕ ਹੈ, ਜਿਹਨੂੰ 100 ਰੁਪਏ ਦੀ ਵੇਚਦਾ, ਹਰੇਕ ਜਿਹੜੀ ਪ੍ਰੋਪਰ ਵੈਲਿਊ ਬਣਨੀ ਉਹ ਆਪਣਾ 100 ਬਣਨੀ ਹੈ। ਠੀਕ ਹੈ, 90 ਰੁਪਏ ਦੀ ਚੀਜ਼ ਸੀ, ਕਹਿੰਦੇ ਕਿਸੇ ਵਸਤੂ ਨੂੰ 100 ਰੁਪਏ ਦੀ ਵੇਚ ਕੇ ਉਹ 10 ਰੁਪਏ ਦਾ 100 ਦੀ ਵੇਚਤੀ ਉਹਨੇ, 100 ਦੀ ਵੇਚ ਕੇ ਉਹਨੂੰ ਉਹਦੇ ਵਿੱਚ ਹੀ 10 ਰੁਪਏ ਦਾ ਲਾਭ ਹੋ ਰਿਹਾ ਹੈਗਾ। ਮਤਲਬ ਮੈਂ ਆਹ ਪੈਨ, ਆਹ ਕਾਪੀ ਹੈ ਮੇਰੇ ਕੋਲ, ਕਾਪੀ ਬਣਾਤੀ ਮੈਂ। ਠੀਕ ਹੈ, ਇਹ ਮੈਂ 100 ਰੁਪਏ ਦੀ ਵੇਚਤੀ ਜਦੋਂ ਅਗਲੇ ਨੂੰ, ਤਾਂ ਮੈਨੂੰ ਕਿੰਨੇ ਰੁਪਏ ਲਾਭ ਹੋ ਗਿਆ? 10 ਰੁਪਏ ਲਾਭ ਹੋ ਗਿਆ ਨਾ। ਮਤਲਬ ਕਿੰਨੇ ਦੀ ਲੈ ਕੇ ਆਇਆ ਸੀ ਉਹ ਕਾਪੀ? 90 ਰੁਪਈਆਂ ਦੀ। ਵੇਚ ਕਿੰਨੇ ਦਿੱਤੀ ਮੈਂ? 100 ਦੀ। ਕਿੰਨੇ % ਲਾਭ ਹੋਇਆ ਮੈਨੂੰ? ਲਾਭ ਕਿੰਨੇ ਪਰਸੈਂਟ ਕੱਢਣਾ ਹੋਣਾ, ਲਾਭ ਕਿੰਨਾ ਹੋਇਆ ਮੈਨੂੰ ਵਿਚਾਲੇ? 10 ਰੁਪਏ। ਲੈ ਕੇ ਕਿੰਨੇ ਦੀ ਆਇਆ ਸੀ ਮੈਂ? 90 ਰੁਪਏ ਥੱਲੇ ਲਾ ਦਿਓ, ਗੁਣਾ 100, ਜੀਰੋ ਨਾਲ ਜੀਰੋ ਕੱਟੀ ਗਈ, 100/9। ਹੁਣ ਇਸ ਤੋਂ ਬਾਅਦ ਆਪਾਂ 100/9, ਇੱਥੇ ਆਨਸਰ ਹੈ ਨਹੀਂ ਕਿਤੇ ਵੀ। ਹੁਣ ਆਪਾਂ ਨੂੰ ਸਹੀਆਂ 'ਚ ਤੋੜਨਾ, ਤਾਂ ਕਿਵੇਂ ਤੋੜਾਂਗੇ? ਇੱਕ ਨਾਇਆ ਨਾਇਆ, ਇੱਧਰ ਆ ਗਿਆ ਹੱਥ ਲਿਖ, ਇੱਕ ਨਾਇਆ ਨਾਇਆ ਇੱਕ। ਤਾਂ ਹੁਣ ਜਿਹੜਾ ਤਾਂ ਥੱਲੇ ਬਾਕੀ ਹੈ ਇਹ ਤਾਂ ਆਪਾਂ ਲਾ ਦਿੰਦੇ ਹਾਂ ਉੱਪਰ। ਜਿਹੜਾ 11 ਇਹ ਲੱਗ ਜਾਂਦਾ ਉਹਦਾ ਇੱਧਰ, ਜਿਹੜਾ 9 ਆ ਇਹ ਲੱਗ ਜਾਂਦਾ ਉਹਦਾ ਥੱਲੇ। ਤਾਂ ਦੇਖ ਲਓ ਭਾਈ 11 ਸੇ 1/9 ਕਿੱਥੇ ਪਿਆ? ਆ ਪਿਆ ਭਾਈ ਆਨਸਰ, ਆਪਣਾ ਆਨਸਰ ਆਪਸ਼ਨ ਨੰਬਰ ਸੀ। ਓਕੇ ਜੀ, ਤਾਂ ਇਹ ਆਨਸਰ ਆਪਣਾ ਬਿਲਕੁਲ ਸਹੀ ਹੈ ਅਤੇ ਸਭ 'ਚ ਆ ਗਿਆ ਹੋਣਾ ਬੱਚੋ ਸਾਰਿਆਂ ਨੂੰ। ਬਸ ਚੀਜ਼ ਦੇਖ ਕੇ ਬਾਅਦ ਡਿਫਰੈਂਸ ਕੱਢ ਲਿਆ ਜਿਹੜਾ, ਉਸ ਤੋਂ ਬਾਅਦ ਥੱਲੇ ਖਰੀਦ ਮੁੱਲ ਲਾ ਦਿਓ ਜਿੰਨੀ ਆਪਾਂ ਲੈ ਕੇ ਆਏ। ਇਸ ਤੋਂ ਬਾਅਦ ਅਗਲਾ ਸਵਾਲ ਕਹਿੰਦੇ ਇੱਕ ਵਸਤੂ ਕੋਈ ਬੰਦਾ 100 ਰੁਪਏ ਦੀ ਵੇਚ ਕੇ 10 ਰੁਪਏ ਹਾਨੀ ਹੁੰਦੀ ਹੈ। ਇੱਕ ਬੰਦੇ ਨੇ 100 ਰੁਪਏ ਦੀ ਚੀਜ਼ ਵੇਚਤੀ ਭਾਈ, ਉਹਨੂੰ ਕਿੰਨੇ ਰੁਪਏ ਹਾਨੀ ਹੋਊਗੀ? 10 ਰੁਪਏ ਹਾਨੀ ਹੋਊਗੀ। ਕਹਿਣ ਦਾ ਮਤਲਬ ਚੀਜ਼ ਕਿੰਨੇ ਦੀ ਲੈ ਕੇ ਆਇਆ ਹੋਊਗਾ? ਤਾਂ ਉਹ ਚੀਜ਼ ਲੈ ਕੇ ਆਇਆ ਹੋਊਗਾ 110 ਰੁਪਏ ਦੀ ਚੀਜ਼ ਲੈ ਕੇ ਆਇਆ ਸੀ ਭਾਈ, ਉਹਨੂੰ ਜਦੋਂ ਉਹਨੇ 100 ਦੀ ਵੇਚ, ਉਹ 10 ਰੁਪਏ ਹਾਨੀ ਹੋ ਗਈ। ਹੁਣ ਆਪਾਂ ਇਹ ਪਤਾ ਕਰਨਾ ਕਿ ਉਹਨੂੰ ਹਾਨੀ ਕਿੰਨੀ ਹੋਈ ਹੈ। ਡਿਫਰੈਂਸ ਕਿੰਨੇ ਦੀ ਹਾਨੀ ਹੋਈ ਹੈ? 10 ਦੀ। ਵੇਚਣ 'ਤੇ ਹਾਨੀ ਹੋਈ ਹੈ, ਜੇ ਵੇਚਣ 'ਤੇ ਹਾਨੀ ਹੋਈ ਹੈ ਤਾਂ ਆਪਾਂ ਵੇਚਣ ਵਾਲਾ ਚੱਕ ਲਾਂਗੇ। ਵੇਚਣ ਵਾਲਾ ਕਿੰਨਾ? 110 ਗੁਣਾ 100, ਜੀਰੋ ਨਾਲ ਜੀਰੋ ਕੱਟੀ ਗਈ, 100/11। ਕਿੰਨਾ? 100/11। ਜੋ 100/11 ਨੂੰ ਆਪਾਂ ਆਪਸ਼ਨਾਂ 'ਤੇ ਵੱਡਾਂਗੇ, 11 ਨਾ ਆਇਆ 99, ਆਪਸ਼ਨ ਆ ਗਿਆ ਇੱਕ ਉੱਪਰ ਲਾ ਦੇਣਾ, 2 ਇੱਧਰ ਲਾ ਦੇਣਾ, 11 9 ਸਹੀ, 1/11 ਆਨਸਰ ਆ ਗਿਆ ਆਪਣਾ ਆਪਸ਼ਨ ਨੰਬਰ ਸੀ। ਦੇਖੋ ਠੀਕ ਹੈ ਜੀ ਬੱਚੋ, ਆਹ ਗੱਲ ਧਿਆਨ ਨਾਲ ਸਮਝ ਲਓ। ਜੇ ਫਿਰ ਵੀ ਨਹੀਂ ਸਮਝਦੇ ਉਹ ਦੱਸ ਦਿਓ। ਠੀਕ ਹੈ, ਇਦੋਂ ਸੌਖਾ ਤਰੀਕਾ ਪੁੱਤਰ ਕੋਈ ਨਹੀਂ ਹੋ ਸਕਦਾ। ਇਸ ਤੋਂ ਬਾਅਦ ਆ ਗਿਆ ਆਪਾਂ ਤੀਸਰੇ ਸਵਾਲ 'ਤੇ। ਤੁਹਾਨੂੰ ਦੱਸਿਆ ਕਿ ਆਪਾਂ ਮੈਥਡ ਤੁਹਾਨੂੰ ਰੇਸ਼ੋ ਵਾਲੀ ਲਵਾਇਆ, ਹੋਰ ਮੈਂ ਕੋਈ ਮੈਥਡ ਨਹੀਂ ਲਵਾਇਆ ਸਾਨੂੰ। ਦੇਖੋ ਧਿਆਨ ਨਾਲ ਸੁਣੋ ਕੀ ਕਹਿੰਦਾ ਸਵਾਲ ਦੇ ਵਿੱਚ ਉਹ।
ਕਹਿੰਦਾ ਇੱਕ ਆਦਮੀ ਇੱਕ ਰੇਡੀਓ ਲੈ ਕੇ ਆਇਆ, ਮਤਲਬ ਮੈਂ ਰੇਡੀਓ ਲੈ ਆਇਆ, ਕਿੰਨੇ ਦਾ ਲੈ ਕੇ ਆਇਆ ਰੇਡੀਓ ਮੈਂ, ਜਦੋਂ ਜਿਹੜਾ ਮੈਂ ਰੇਡੀਓ ਲੈ ਕੇ ਆਇਆ ਉਹ 1900 ਰੁਪਏ ਦਾ, ਜਦੋਂ ਮੈਂ ਵੇਚਿਆ 1900 ਮੈਂ ਰੇਡੀਓ ਲਿਆਇਆ ਦੁਕਾਨ ਤੋਂ ਆ ਕੇ, ਮੈਂ ਇੱਥੇ ਆਪਣੇ ਗਾਹਕ ਨੂੰ ਵੇਚਤਾ। ਮੈਂ ਆਪਣੇ ਗਾਹਕ ਨੂੰ ਜਿਹੜਾ ਉਹ ਰੇਡੀਓ ਆ ਉਹ ਜਦੋਂ 1980 ਰੁਪਏ ਦਾ ਵੇਚਿਆ ਤਾਂ ਮੈਨੂੰ ਕਿੰਨਾ ਲਾਭ ਹੋਇਆ, 10% ਲਾਭ ਹੋ ਗਿਆ ਮੈਨੂੰ। ਜਦੋਂ ਮੈਂ ਰੇਡੀਓ ਲੈ ਕੇ ਆਇਆ ਮੰਡੀ ਜਾ ਕੇ, ਭਾਈ ਮੈਂ ਰੇਡੀਓ ਲੈ ਕੇ ਆਇਆ, ਰੇਡੀਓ ਲੈ ਕੇ ਮੈਂ ਦੁਕਾਨ 'ਤੇ ਰੱਖ ਲਿਆ, ਮੇਰੇ ਕੋਲ ਕੋਈ ਗਾਹਕ ਆ ਗਿਆ, ਮੈਨੂੰ ਕਹਿੰਦਾ ਭਾਈ ਮੈਂ ਤਾਂ ਰੇਡੀਓ ਲੈਣਾ। ਮੈਂ ਕਿਹਾ ਚੱਕ ਭਾਈ 1980 ਰੁਪਏ ਦਾ ਰੇਡੀਓ ਹੈ। ਜਿਵੇਂ ਬਾਅਦ ਹਿਸਾਬ ਕਿਤਾਬ ਲਾਇਆ ਮੈਨੂੰ ਪਤਾ ਲੱਗ ਗਿਆ ਭਾਈ ਮੈਨੂੰ ਇਹਦੇ ਵਿੱਚੋਂ 10% ਲਾਭ ਹੋ ਗਿਆ। ਇਹ ਕਹਿੰਦੇ ਖਰੀਦ ਮੁੱਲ ਦੱਸੋ ਕਿੰਨਾ ਸੀ, ਚੀਜ਼ ਲੈ ਕੇ ਕਿੰਨੇ ਦੀ ਆਈ ਸੀ। ਕੋਈ ਵੀ ਚੀਜ਼ ਆਪਾਂ ਮੈਥ ਦੇ ਵਿੱਚ ਮੰਨਣੀ ਹੈ ਉਹ ਹਮੇਸ਼ਾ 100 ਮੰਨਣੀ ਹੈ, ਠੀਕ ਹੈ। 100 ਰੁਪਏ ਦੀ ਚੀਜ਼ ਲੈ ਕੇ ਆਏ ਸੀ, ਸਮਝੋ 10% ਲਾਭ ਹੋ ਗਿਆ। 100 ਰੁਪਏ ਵਾਲੀ ਚੀਜ਼ ਕਿੰਨੇ % ਦੀ ਵੇਚਤੀ ਉਹਨੇ, 100 ਰੁਪਏ ਦੀ ਚੀਜ਼ 110 ਰੁਪਏ ਦੀ ਵੇਚਤੀ। ਹੁਣ ਅੱਧੇ ਵਿੱਚ ਬਚ ਗਿਆ 100 ਕਿੱਥੋਂ ਹੈ। 100 ਆਪਾਂ ਮੈਥ ਦੇ ਵਿੱਚ ਜਿਹੜੀ ਵੀ ਕੋਈ ਵੈਲਿਊ ਮੰਨਣੀ ਹੁੰਦੀ ਆਪਾਂ ਪ੍ਰੋਪਰ ਵੈਲਿਊ ਮੰਨਣੀ ਹੁੰਦੀ ਹੈ 100 ਹੀ ਮੰਨੀ ਜਾਊਗੀ। ਸਮਝੋ 100 ਰੁਪਏ ਦੀ ਚੀਜ਼ ਲੈ ਕੇ ਅਸੀਂ 10% ਲਾਭ ਜੁੜ ਗਿਆ, ਉਹਦੇ ਵਿੱਚ ਕਿੰਨੇ ਦੀ ਹੋਊਗੀ, 110 ਰੁਪਏ ਦੀ ਹੋਊਗੀ ਚੀਜ਼। ਉਹ ਇਹਦਾ ਕੱਟਤਾ, ਮਤਲਬ ਉਹਨੇ ਕੀ ਕੀਤਾ, 10 ਰੁਪਏ ਵਾਲੀ ਚੀਜ਼ 11 'ਚ ਵੇਚਤੀ, ਠੀਕ ਹੈ। 10 ਰੁਪਏ ਵਾਲੀ ਚੀਜ਼ ਉਹਨੇ 11 ਦੀ ਵੇਚਤੀ, 11 ਦੀ ਵੇਚਤੀ। ਜਦੋਂ ਵੇਚੀ ਕਿੰਨੇ ਦੀ ਉਹਨੇ, 1980 ਰੁਪਈਆਂ ਦੀ। ਹੁਣ ਆਪਾਂ ਕੀ ਕਰਾਂਗੇ, 1980 ਨੂੰ ਆਪਾਂ 11 'ਤੇ ਵੰਡ ਦਾਂਗੇ, 1980 ਨੂੰ ਆਪਾਂ ਕਾਹਤੇ ਵੰਡ ਦਾਂਗੇ, 11 'ਤੇ ਵੰਡ ਦਾਂਗੇ ਤਾਂ ਇਹ ਆ ਜਾਊਗਾ 180। ਜੇਕਰ ਆਪਾਂ 180 ਦੀ ਗੁਣਾ 11 ਨਾਲ ਕਰਦੇ ਹਾਂ ਤਾਂ ਇਹਦਾ ਮਤਲਬ ਉਹਦੇ ਕੋਲ ਹੈਗੇ ਤਾਂ 10 ਹਿੱਸੇ ਸੀ, ਵੇਚ ਉਹਨੇ ਕਿੰਨੇ ਹਿੱਸੇ ਦਿੱਤੇ, 11 ਹਿੱਸੇ ਦੀ ਬਣਾ ਕੇ ਵੇਚਤੀ ਚੀਜ਼। 11 ਹਿੱਸੇ ਦੇ ਬਰਾਬਰ ਉਹਨੇ ਕਿੰਨੇ ਦੀ ਵੇਚਤੀ, 1980 ਦੀ। ਤਾਂ 21 ਹਿੱਸੇ ਦੇ ਵਿੱਚ ਕਿੰਨੇ ਰੁਪਏ ਆ ਗਏ, 1980 ਨੂੰ 11 ਦੇ ਬਟਾ 21 ਹਿੱਸੇ ਦੇ ਵਿੱਚ 180 ਰੁਪਏ ਆ ਗਏ। ਅਤੇ ਜਿਹੜੇ ਜਦੋਂ ਲੈ ਕੇ ਆਏ ਸੀ ਕਿੰਨੇ ਰੁਪਏ ਦੀ ਲੈ ਕੇ ਆਏ ਸੀ, ਉਹ 10 ਹਿੱਸੇ ਦੀ ਲੈ ਕੇ ਆਏ ਸੀ। 21 ਹਿੱਸੇ ਦੀ ਵੈਲੂ ਕਿੰਨੀ, 180, ਅਤੇ 10 ਹਿੱਸੇ ਦੀ ਵੈਲੂ ਕਿੰਨੀ ਹੋਊਗੀ, 1800। ਇਹ ਤੋਂ ਪਤਾ ਲੱਗ ਗਿਆ ਆਪਾਂ ਨੂੰ ਭਾਈ ਜਿਹੜੀ ਉਹ ਚੀਜ਼ ਲੈ ਕੇ ਆਇਆ ਸੀ, ਲੈ ਕੇ ਤਾਂ ਉਹ 1800 ਰੁਪਏ ਦੀ ਅਸੀਂ ਵੇਚਤੀ ਉਹਨੂੰ 1980 ਰੁਪਏ ਦੀ। ਜਦੋਂ 1980 ਦੀ ਵੇਚਦਾ ਤਾਂ ਉਹਨੂੰ 10% ਲਾਭ ਹੁੰਦਾ। ਆਪਾਂ ਲਿਖ ਲਿਆ ਸੀ ਕਿ 100 ਦੀ ਚੀਜ਼ 110 ਦੇ ਵਿੱਚ ਵੇਚਤੀ ਭਾਈ। ਓਕੇ ਪੁੱਤਰੋ, ਤਾਂ ਇਹਦਾ ਆਨਸਰ ਆ ਗਿਆ ਆਪਸ਼ਨ ਨੰਬਰ ਬੀ। ਇਸ ਤੋਂ ਬਾਅਦ ਆ ਗਿਆ ਆਪਾਂ ਚੌਥੇ 'ਤੇ, ਆ ਵੀ ਜੇ ਆਪਾਂ ਸੇਮ ਟੂ ਸੇਮ ਸਵਾਲ ਜਿਵੇਂ ਆਪਾਂ ਹੁਣ ਕਰਕੇ ਗਏ ਹਾਂ। ਕਹਿੰਦੇ 247 ਰੁਪਏ ਦੀ ਇੱਕ ਵਸਤੂ ਵੇਚ ਕੇ 12 ਸਹੀ 1/2% ਲਾਭ ਹੋਇਆ। ਜਿਹੜਾ ਲਿਖਿਆ ਹੁੰਦਾ ਇਹਨੂੰ ਐਂ ਲਿਖ ਲਿਆ ਕਰੋ, ਠੀਕ ਹੈ। ਇਹਨੂੰ ਐਂ ਲਿਖ ਲਿਆ ਕਰੋ 12 ਸਹੀ 1/2, ਜਿਹੜਾ ਸਹੀ ਹੈ ਟੋਟੇ ਲਿਖੇ ਹੋਏ, ਠੀਕ ਹੈ। ਇਹਦਾ ਮਤਲਬ ਇਹ ਹੈ ਰਕਮ ਦਾ। ਦੂਸਰੇ ਲੋਟ ਲਿਖਣਾ ਨਹੀਂ ਆਉਂਦਾ ਸੀ, ਪ੍ਰੋਬਲਮ ਆ ਰਹੀ ਸੀ, ਤਾਂ ਕਰਕੇ ਇਸ ਤਰ੍ਹਾਂ ਲਿਖਤਾ। 247 ਰੁਪਏ ਦੀ ਚੀਜ਼ ਵੇਚ ਕੇ ਇੱਕ ਵਿਅਕਤੀ ਨੂੰ ਇੰਨੇ % ਲਾਭ ਹੋ ਰਿਹਾ ਹੈਗਾ। 12 ਸਹੀ 1/2 ਨੂੰ ਆਪਾਂ ਜਦੋਂ ਲਿਖ ਲਿਆ ਤਾਂ 12 ਤੋਂ 24, 24 ਤੇ 1 25/2, 25/2 ਨੂੰ ਵੰਡਿਆ ਤਾਂ 12.5, 12.5 ਆਉਂਦਾ, ਠੀਕ ਹੈ। ਕਹਿੰਦਾ ਮਤਲਬ ਕਿ 100 ਰੁਪਏ ਵਾਲੀ ਚੀਜ਼ ਹੈ, 100 ਰੁਪਏ ਦੀ ਚੀਜ਼ ਸੀ ਉਹ, ਜਦੋਂ ਇੰਨੇ ਰੁਪਏ ਦੀ ਵੇਚਦਾ ਹੈ ਤਾਂ ਉਹਨੂੰ ਕਿੰਨਾ ਲਾਭ ਹੁੰਦਾ ਗਾ, 12 ਸਹੀ 5। ਤਾਂ 100 ਦੇ ਵਿੱਚ 100 ਦੀ ਚੀਜ਼ ਕਿੰਨੀ ਵੇਚ ਰਿਹਾ, 112.5 ਦੀ ਵੇਚ ਰਿਹਾ ਉਹ ਬੰਦਾ, ਠੀਕ ਹੈ। 100 ਵਾਲੀ ਚੀਜ਼ 112.5 ਦੀ ਵੇਚ ਰਿਹਾ ਹੈ। ਜਦੋਂ 112.5 ਦੀ ਵੇਚ ਰਿਹਾ ਤਾਂ ਕਿੰਨੇ ਦੀ ਵੇਚ ਰਿਹਾ, 112 ਦੇ % ਦੇ ਹਿਸਾਬ 'ਤੇ ਉਹਨੂੰ ਕਹਿੰਦੇ 100 ਰੁਪਏ ਦੀ ਚੀਜ਼ ਇੰਨੇ ਦੀ ਵੇਚ ਕੇ, 100 ਰੁਪਏ ਵਾਲੀ ਚੀਜ਼ 112.5 ਦੇ ਵਿੱਚ ਵੇਚ ਕੇ ਉਹਨੂੰ ਕਿੰਨਾ ਲਾਭ ਹੋ ਰਿਹਾ, 247.50 ਲਾਭ ਹੋ ਰਿਹਾ। ਤਾਂ ਉਹਦਾ ਖਰੀਦ ਮੁੱਲ ਪਤਾ ਕਰਨਾ ਕਿ ਲੈ ਕੇ ਕਿੰਨੇ ਦੀ ਆਇਆ ਸੀ, 05, 05 ਇਹਦਾ ਅਸਲ 'ਚ ਕਟਾਈ ਦਿਓ। ਹੁਣ 112 ਰਹਿ ਗਿਆ, 247 ਰਹਿ ਗਿਆ। 112 ਦੀ ਆਪਾਂ ਕਿੰਨੇ ਨਾਲ ਗੁਣਾ ਕਰੀਏ ਕਿ 247 ਬਣ ਜਾਣ। ਤਾਂ ਆਪਾਂ ਐਵੇਂ ਕਰਦੇ ਹਾਂ, 247 ਹੈ ਜਿਹੜਾ ਭਾਈ ਇਹਨੂੰ ਵੰਡ ਕੇ ਦੇਖ ਲੈਂਦੇ ਆਪਾਂ। 112 ਦੇ ਜਦੋਂ ਵੱਡਿਆ ਤਾਂ ਜਦੋਂ ਆਪਾਂ ਇਹਦੀ ਗੁਣਾ 2.20 ਨਾਲ ਕਰਦੇ ਹਾਂ, 112 ਦੀ ਗੁਣਾ 2.20 ਨਾਲ ਕਰਦੇ ਹਾਂ ਤਾਂ 247 ਆਨਸਰ ਆਉਂਦਾ ਗਾ, ਨੇੜੇ ਤੇੜੇ ਆਨਸਰ ਆਉਂਦਾ ਗਾ। ਤਾਂ ਉਵੇਂ ਜਿਵੇਂ 2.20 ਦੀ ਗੁਣਾ ਜਦੋਂ ਆਪਾਂ ਇੱਧਰ ਕਰਾਂਗੇ ਤਾਂ ਇਹ ਆਨਸਰ ਆ ਜਾਊਗਾ 220, ਠੀਕ ਹੈ। ਤਾਂ ਖਰੀਦੀ ਉਹਨੇ ਕਿੰਨੇ ਦੀ ਸੀ ਚੀਜ਼, 220 ਰੁਪਏ ਦੀ ਖਰੀਦੀ ਸੀ। ਬੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਆ ਗਿਆ ਭਾਈ। ਓਕੇ, ਠੀਕ ਹੈ ਬੱਚਿਓ। ਇਸ ਤੋਂ ਸੌਖਾ ਤਰੀਕਾ ਬੱਚੋ ਮੇਰੇ ਕੋਲ ਕੋਈ ਨਹੀਂ ਹੈਗਾ। ਇਸ ਤੋਂ ਬਾਅਦ ਅਗਲਾ ਇਹ 'ਚ ਕੀ ਕਹਿੰਦਾ, ਕਹਿੰਦੇ ਇੱਕ ਵਸਤੂ ਦਾ ਖਰੀਦ ਮੁੱਲ ਕੀ ਹੋਵੇਗਾ ਜੇਕਰ ਉਸਨੂੰ 25% ਹਾਨੀ 'ਤੇ 150 ਰੁਪਏ ਦੇ ਵੇਚਿਆ ਜਾਵੇ। ਕਹਿੰਦੇ ਕੋਈ ਵਸਤੂ ਦੱਸੋ, ਕੋਈ ਵਸਤੂ ਉਹਦਾ ਖਰੀਦ ਮੁੱਲ ਦੱਸੋ ਕਿੰਨੇ ਦੀ ਲੈ ਕੇ ਆਇਆ ਸੀ। ਕਹਿੰਦੇ ਜੇ ਉਹ ਚੀਜ਼ 150 ਰੁਪਏ ਦੀ ਵੇਚਦਾ ਹੈ ਤਾਂ ਉਹਨੂੰ 25% ਹਾਨੀ ਹੁੰਦੀ ਹੈ। ਕਹਿੰਦਾ ਮਤਲਬ ਕਿ 100 ਰੁਪਈਆ ਜਿਹੜੇ ਹਰੇਕ ਚੀਜ਼ ਦੀ ਵੈਲਿਊ 100 ਮਿਲਣੀ ਹੁੰਦੀ ਹੈ। 100 ਵਾਲੀ ਚੀਜ਼ 25% ਹਾਨੀ 'ਤੇ ਵੇਚਦਾ, 100 ਦੇ ਵਿੱਚੋਂ 25 ਘਟਾਏ ਕਿੰਨੇ ਰਹਿ ਗਏ, 75। ਕਹਿੰਦੇ 100 ਰੁਪਏ ਵਾਲੀ ਚੀਜ਼ ਉਹ ਬੰਦਾ ਜਦੋਂ 75 ਰੁਪਏ ਦੀ ਵੇਚਦਾ ਤਾਂ ਉਹਨੂੰ ਕਿੰਨਾ ਹਾਨੀ ਹੁੰਦੀ ਹੈ, ਉਹਨੂੰ 150 ਰੁਪਏ ਦੇ ਵਿੱਚ ਜਾਂਦਾ। 25% ਹਾਨੀ ਹੁੰਦੀ ਜਦੋਂ 150 ਰੁਪਏ 'ਤੇ ਵੇਚਦਾ। ਓਕੇ, ਇਹਨੂੰ ਕੱਟਦਾ ਦੋ ਆਪਸ ਦੇ ਵਿੱਚ। ਇਹਦਾ ਆ ਗਿਆ 4, 25 ਤੀਆ 75। ਇੱਥੇ 150 ਕਹਿੰਦੇ ਜਦੋਂ 4 ਵਾਲੀ ਚੀਜ਼ 3 ਰੁਪਏ 'ਚ ਵੇਚਦਾ, ਠੀਕ ਹੈ, ਤਾਂ ਉਹਨੂੰ 150 ਰੁਪਏ ਹਾਨੀ ਹੁੰਦੀ ਹੈ। ਕਹਿੰਦਾ ਮਤਲਬ ਕਿ ਇਹ ਕੀ 3 ਦੀ ਆਪਾਂ ਕਿੰਨੇ ਨਾਲ ਗੁਣਾ ਕਰੀਏ ਕਿ ਇੱਥੇ 150 ਆ ਜਾਏ, 3 ਦੀ ਆਪਾਂ ਕਰ ਦਿੰਦੇ ਹਾਂ 50 ਨਾਲ ਗੁਣਾ ਤਾਂ ਆਪਣੇ ਕੋਲ 150 ਆ ਜਾਊਗਾ, ਅਤੇ 50 ਦੀ ਗੁਣਾ ਇੱਥੇ ਕਰ ਦਿਓ, ਇੱਥੇ ਆ ਜਾਊਗਾ ਆਪਣੇ ਕੋਲ 200। ਕਹਿੰਦਾ ਮਤਲਬ ਕਿ 200 ਵਾਲੀ ਚੀਜ਼ ਉਹ 150 ਰੁਪਏ 'ਚ ਵੇਚ ਰਿਹਾ, ਤਾਂ ਕਰਕੇ ਉਹਨੂੰ 25% ਹਾਨੀ ਹੋ ਰਹੀ ਹੈ। ਤਾਂ ਇਹਦਾ ਆਨਸਰ ਆ ਗਿਆ
ऑप्शन नंबर सी 200। ठीक है, हरेक चीज़ आप प्रॉपर होने कि 100 वाली चीज़ 25% हानि की बेच रहा है, 100 रुपये वाली चीज़ वो बंदा 75 रुपये की बेच रहा है भाई। तो टोटे ये रेशो कि आ गई 4 ਤੇ 3, ये को 3 हिस्से है। तो जो 4 वाली चीज़ 3 रुपये की बेचते तो 150 रुपये हानि होती है। तो आप एक एक हिस्सा कट लिया। ओके जी। इस तो बाद अगला सवाल भाई अपने को आ गया, कहते एक आदमी 10 वस्तुआं 8 रुपये की खरीदता है। 10 वस्तुआं 8 रुपये की खरीदता एक बंदा। कहते जी 10 वस्तु 8 रुपये की खरीदता है, इनू 1.25 के हिसाब नाल वो बेचदा। 10 रुपये की कितनी वस्तुआं खरीद लिया उन्हें, 8 रुपये की कितनी वस्तुआं खरीद लिया। दोबारा लिख देना एक मिनट। 8 रुपये दी भाई वो बंदे ने 10 वस्तुआं खरीद लिया। ठीक है, तो इन्होंने वस्तुओं वो ये 10 वस्तुआं जिहड़ियां इन्होंने वो बेचदा गा 1.25 रुपये के हिसाब से 10 वस्तुओं बेचदा। लैके किन्ने दी आया सी वो 8 रुपये दियां, बेच किन्ने दियां रहा वो 12.5 दियां। ठीक है, 8 रुपये वाली चीज़ लिया के वो बेच रहा भाई 12 रुपये 5 पैसे। कि कितने परसेंट लाभ होता है, डिफरेंस देख लो कितना इहदा डिफरेंस आ जाऊगा 4.5। खरीदियां किन्नी दियां सी उन्हें 8 दियां, गुणा 100। आ जीरो हटाने वास्ते आप बटा 10 ला देंगे। ठीक है जी, जीरो हटाने वास्ते आप बटा 10 ला देंगे। तो इस तो बाद जीरो नाल जीरो कटे गई, इधर 5 इधर 4। ठीक है, 45 5 कितने होंगे है, 45 5 होंगे 5 5 25, 5 हो गया 20 21 22 225। 225 जो आप 4 से वड्डांगे, 225 जो आप 4 से वड्डांगे तो आ जाऊगा 5 चौका 20 तो 5 6 चौका 24, 4 दूनी 8, 5 चौका 20, 56 किहदे मूहरे आ रहा 56 सही 1/4। तो आ गया भाई इहदा आंसर, बिल्कुल सही आंसर है। देखो 10 वस्तु कितनी लेके आया सी 8 रुपये ने लेके आया सी। इस तो बाद वो कली कली वस्तु कितनी दी बेच रहा है 1.25 दर से बेच रहा है। बेच कितनी दित्तियां 12.5 के हिसाब से बेचते 12.5 रुपये ने बेचतियां। बाद में कहते लाभ दसो लाभ कितना होया 8 रुपये वाली चीज़ वो 12.25 के बेचता पहली बेच रहा है, पहली बेच रहा 8 रुपये वाली चीज़। तो 8 रुपये वाली चीज़ लिया कि जो 1225 के बेच रहे हो लाभ हो रहा है 4.5 पुत्रों। इस तो बाद चलते आप अगले ते कहते 1140 रुपये की एक घड़ी बेच के एक आदमी को 5% हानि होती है। 1140 रुपये की घड़ी लेके आया भाई एक बंदा, 1140 रुपये की घड़ी जो बेचता उन्होंने कितनी हानि होती है 5% हानि होती है। कहते 5% लाभ कमाने वास्ते वो घड़ी कितनी बेचनी चाहिए है। सब तो पहला तो आप पुत्रों जिवें पहला आप शुरू तो करते आए हैं की हो रहा है इनू 1140 रुपये की घड़ी बेच के इन्हू हानि हो रही है कितनी 5%। मतलब 100 वाली चीज़ है कितनी बेच रहा है भाई 95 की बेच रहा है। तो आप रेशो कट लीए 20 5 100 19 5 95। 20 रुपये वाली चीज़ जो 19 की बेचता तो कितनी हानि हो रही है 20 वाली चीज़ 19 की बेच रहा है। तो 19 हिस्से है जोड़े वो कि बराबर है वो बराबर है 1180 रुपये के। क्योंकि जी वो कि 5% हानि ने बेचता 100 तो ले 100 वाली चीज़ 95 की बेच रहा है जिन्होंने कट कटा के 20 तो 19 रह गई। जो 20 वाली चीज़ 19 की बेच रहा है 19 की जाके वो चीज़ कितनी बेचता 1140 वाली चीज़ बेच के उन्होंने एक हिस्सा ला हानि होती है। तो हम आप 19 को 1140 से वंड देंगे। 19 को आप जो 1140 से वंडांगे 1140 भाग 19 करांगे तो अपने को आ जाऊगा 60। जो आप 19 की 60 का गुणा कर देना 1140 आ जाऊगा। कहना मतलब कि 19 के एक हिस्से के 60 रुपये आते हैं तो 19 हिस्से के कितने रुपये आउणगे 60 के हिसाब नाल 1140। तो वो जिवें 60 की गुणा आप इधर कर देंगे हैं जो 60 गुणा 20 किया आप 60 गुणा 20 किया तो अपने को आ गया 1200 रुपया। वो चीज़ का मुल कितना सी कहना मतलब कि 1200 वाली चीज़ जो 1140 रुपये की बेचता है तो उन्होंने 5% हानि होती है। कहते जो उन्हें 5% लाभ कमाना हो तो की करे रेट कितना चीज़ का 1200 रुपये रेट तो पता लग गया ना कि रेट वो चीज़ का कितना सी 1200 सी। जिद्दी आप गुणे इधर करते होंगे उन्नी गुणे इधर करनी होती है आप। ठीक है, क्योंकि 20 वाली चीज़ जो 19 की बेचता है तो उन्होंने कहते जो 1140 20 वाली चीज़ जो 19 की बेचता है 19 के हिसाब से 1140 रुपये की बेच के 5% हानि हो जाती है उन्होंने। रेट कितना चीज़ का 1200 रुपया, रेट कितना गा 1200 रुपया। हुण की पुछदा कि जेकर उन्हें 5% लाभ कमाना हो कहना मतलब 100 वाली चीज़ जेकर उन्हें 105 के बेचनी हो तो यह आ जाऊगा 20 भाजा 100 20 21। चीज़ का मुल कितना गा खरीदी कितनी सी उन्हें 1200 की 20 1200 से वंड देंगे आप। ठीक है, 1200 भाग
20 ਕਰਾਂਗੇ ਜਦੋਂ ਆਪਣੇ ਕੋਲ ਆਜੂ 60। ਜਦੋਂ ਆਪਾਂ 20 ਦੀ ਗੁਣਾ 60 ਨਾਲ ਕਰਦੇ 1200 ਆਜੂਗਾ। ਉਵੇਂ ਜਿਵੇਂ ਇਹਦੀ ਗੁਣਾ ਇੱਧਰ ਕਰ ਦੋ ਆਪਾਂ, ਜੇ 5% ਲਾਭ ਕਮਾਉਣਾਗਾ ਤਾਂ ਇਹ ਕਿੱਦਾਂ ਆਜੂਗਾ 0 ਗੁਣਾ 6 12। ਤਾਂ ਜੇ ਆਪਾਂ 1260 ਰੁਪਏ ਦੀ ਵੇਚਦੇ ਹਾਂ ਤਾਂ ਆਪਾਂ ਨੂੰ 5% ਲਾਭ ਹੋ ਜਾਊਗਾ। ਠੀਕ ਹੈ, ਤਾਂ ਇਹ ਆ ਗਿਆ ਸੀ ਭਾਈ 1260 ਤੁਹਾਨੂੰ 5% ਵੇਚ ਕੇ ਆਉਂਦਾ ਆ, ਉਹਦਾ ਮੁੱਲ ਆ ਗਿਆ ਸੀ। ਆ 5% ਹਾਨੀ ਤੋਂ ਤਾਂ ਆਪਾਂ ਮੁੱਲ ਕੱਢ ਲਿਆ ਸੀ। ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਭਾਈ 1260 ਰੁਪਏ। ਡੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਆ ਜਾਊਗਾ। ਇਸ ਤੋਂ ਬਾਅਦ ਅਗਲਾ ਇਹ 'ਚ ਕੀ ਕਹਿ ਰਹੇ ਹੈ, ਕਹਿੰਦੇ 1180 ਰੁਪਏ ਦਾ ਖਿਡੌਣਾ ਵੇਚ ਕੇ ਇੱਕ ਬੰਦੇ ਨੂੰ 10% ਹਾਨੀ ਹੁੰਦੀ ਹੈ। ਕਹਿੰਦਾ ਮਤਲਬ ਕਿ 100 ਵਾਲੀ ਚੀਜ਼ ਜਦੋਂ 90 ਰੁਪਏ ਦੀ ਵੇਚਦਾ, ਆ 0 ਨਾਲ 0 ਕਟਾ ਦਿਓ। ਠੀਕ ਹੈ, 10/90 ਰਹਿ ਗਿਆ। 10 ਵਾਲੀ ਚੀਜ਼ ਜਦੋਂ 9 ਰੁਪਏ ਦੀ ਵੇਚਦਾ ਤਾਂ ਉਹਨੂੰ ਕਿੰਨੇ % ਹਾਨੀ ਹੁੰਦੀ ਹੈ? 10/80 ਰੁਪਏ ਦੇ ਖਿਡੌਣਾ ਵੇਚ ਕੇ। ਹਾਂ, 10 ਤੋਂ 9 ਦੀ ਜੋ ਚੀਜ਼ ਵੇਚਦਾ, 10 ਵਾਲੀ ਚੀਜ਼ ਜਦੋਂ ਬੰਦਾ 9 'ਚ ਵੇਚਦਾ ਤਾਂ ਕਿੰਨੇ ਦੀ ਵੇਚਦਾ? ਇੱਕ ਹਾਨੀ ਕਿੰਨੇ ਦੀ ਹੋ ਰਹੀ ਹੈ ਉਹਨੂੰ? 10/80। ਇਹ ਤੋਂ ਇਹ ਚੀਜ਼ ਕਨਫਰਮ ਹੋ ਜਾਂਦੀ ਹੈ ਭਾਈ ਜਦੋਂ ਉਹ ਬੰਦਾ ਜਿਹੜਾ ਬੰਦਾ ਹੈਗਾ ਗਾ, ਉਹ ਬੰਦਾ ਜਦੋਂ 100 ਵਾਲੀ ਚੀਜ਼ 90 'ਚ ਵੇਚਦਾ ਤਾਂ 10 ਵਾਲੀ ਚੀਜ਼ 9 'ਚ ਵੇਚਦਾ, ਉਹਨੂੰ 10 ਤੋਂ 9 ਦੀ ਜਦੋਂ ਵੇਚਦਾ ਤਾਂ 9 'ਚ ਉਹਨੂੰ ਵੇਚ ਕੇ 9 ਦੀ ਵੈਲੂ ਕਿਹਦੇ ਬਰਾਬਰ ਆ? 10.80 ਦੇ ਬਰਾਬਰ ਆ 9 ਦੀ ਵੈਲੂ ਲਿਖਿਆ ਹੋਇਆ। ਕਿਉਂਕਿ 10.80 ਰੁਪਏ ਦਾ ਇੱਕ ਖਿਡੌਣਾ ਵੇਚ ਕੇ ਉਹਨੂੰ 10% ਹਾਨੀ ਹੁੰਦੀ ਹੈ। ਕਹਿੰਦਾ ਮੈਂ 100 ਵਾਲੀ ਚੀਜ਼ ਉਹ 90 ਦੀ ਵੇਚਦਾ ਹੈ, ਜਦੋਂ 90 ਦੀ ਵੇਚਦਾ 90 ਦੀ ਜਗ੍ਹਾ ਨਾ ਮੁੱਲ ਕਿੰਨਾ ਹੋਗਾ? 1.10 10.80। ਜਦੋਂ ਆਪਾਂ 10.80 ਨੂੰ 9 'ਤੇ ਵੰਡਾਂਗੇ, 10.80 ਨੂੰ ਜਦੋਂ ਆਪਾਂ 9 'ਤੇ ਵੰਡਾਂਗੇ ਤਾਂ ਆਪਣੇ ਕੋਲ ਆ ਜਾਊਗਾ 1.2। ਜੇ ਆਪਾਂ 9 ਦੀ ਗੁਣਾ 1.2 ਨਾਲ ਕਰਦੇ ਤਾਂ 1080 ਆ ਜਾਊਗਾ। ਉਹ ਜਿਵੇਂ ਆਪਾਂ 1.2 ਦੀ ਗੁਣਾ ਇੱਧਰ ਕਰ ਦਈਏ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ ਭਾਈ? ਜਦੋਂ ਆਪਾਂ 10 ਗੁਣਾ 1.2 ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ 12 ਆਨਸਰ। ਸਿੱਧੀ ਪਤਾ ਲੱਗੀ ਜਾਂਦਾ 12 ਆਨਸਰ ਆ ਜਾਊਗਾ। ਕਹਿੰਦਾ ਮਤਲਬ ਕਿ 12 ਰੁਪਏ ਵਾਲੀ ਚੀਜ਼ ਉਹ ਕਿੰਨੇ ਦੀ ਵੇਚੀ ਜਾਂਦਾ? 10 ਰੁਪਏ 80 ਪੈਸੇ ਦੀ ਚੀਜ਼ ਵੇਚੀ। ਜੇਕਰ ਉਸਨੇ 20% ਲਾਭ ਕਮਾਉਣਾ ਹੋਵੇ ਤਾਂ ਕੀ ਕਰੇ? ਆਪਾਂ ਰੇਟ ਕੱਢ ਲਿਆ ਚੀਜ਼ ਦਾ ਕਿ ਚੀਜ਼ ਕਿੰਨੇ ਦੀ ਸੀ? ਚੀਜ਼ ਹੈਗੀ ਸੀ 12 ਰੁਪਈਆਂ ਦੀ। ਚੀਜ਼ ਹੈਗੀ ਸੀ 12 ਰੁਪਈਆਂ ਦੀ। ਕਹਿੰਦੇ ਜੇਕਰ ਉਹਨੇ 100 ਰੁਪਏ ਲਾਭ ਕਮਾਉਣਾ ਹੋਵੇ, 20% ਲਾਭ ਕਮਾਉਣਾ ਹੋਵੇ, ਜੇਕਰ ਕਹਿੰਦਾ ਮਤਲਬ ਕਿ 100 ਵਾਲੀ ਚੀਜ਼ ਜੇਕਰ ਉਹਨੇ 120 ਦੀ ਵੇਚਣੀ ਹੋਵੇ ਤਾਂ 20 5 100 20 ਛੀਕਾ 120 ਅਤੇ ਉਹਨੇ 20% ਲਾਭ ਕਮਾਉਣਾ। ਚੀਜ਼ ਦਾ ਮੁੱਲ ਕਿੰਨਾ ਗਾ? 12। ਤਾਂ 21 ਕਿਹਦੇ ਬਰਾਬਰ ਹੋ ਗਿਆ? ਤਾਂ ਆਪਾਂ 12 ਨੂੰ ਭਾਗ ਕਰ ਦਿੰਦੇ ਹਾਂ 5 'ਤੇ, ਤਾਂ ਜਦੋਂ ਆਪਾਂ 5 ਦੀ ਗੁਣਾ 2.4 ਨਾਲ ਕਰਾਂਗੇ ਤਾਂ ਆਪਣੇ ਕੋਲ 12 ਆਨਸਰ ਆ ਜਾਊਗਾ। ਤਾਂ ਉਵੇਂ ਜਿਵੇਂ 6 ਦੀ ਆਪਾਂ ਗੁਣਾ ਕਰ ਦਾਂਗੇ 2.4 ਨਾਲ, 6 ਗੁਣਾ 2.4 ਕਰਾਂਗੇ ਜਦੋਂ ਆਪਾਂ ਇੱਧਰ ਆ ਗਿਆ 14 ਰੁਪਏ 40 ਪੈਸੇ। ਜੇਕਰ ਆਪਾਂ 20 ਰੁਪਏ ਲਾਭ 20% ਲਾਭ ਕਮਾਉਣਾ ਤਾਂ ਆਪਾਂ ਉਹੀ ਚੀਜ਼ 1440 ਰੁਪਏ ਦੀ ਵੇਚਣੀ ਪਊਗੀ। ਇਹ ਤੋਂ ਆਪਾਂ ਮੁੱਲ ਕੱਢ ਲਿਆ ਸੀ ਚੀਜ਼ ਦਾ। ਆਹ ਪਿਆ ਆਪਸ਼ਨ ਨੰਬਰ ਸੀ ਦਾ ਬਿਲਕੁਲ ਸਹੀ ਆਨਸਰ। ਇਹ ਅਸਾਈਨਮੈਂਟਾਂ ਪੁੱਤਰੋ ਦਿਮਾਗ 'ਚ ਬਿਠਾ ਲਓ ਇਹਨਾਂ ਦੇ ਤਰੀਕੇ। ਓਕੇ ਜੀ, ਇਸ ਤੋਂ ਸੌਖਾ ਤਰੀਕਾ ਤੁਹਾਨੂੰ ਮੈਥ 'ਚ ਕਿਤੇ ਲੱਭਣਾ, ਚਾਹੇ ਕਿਸੇ ਨਾਲ ਮਰਜ਼ੀ ਮੈਥ ਚੱਕ ਲਓ ਆਪਣੇ ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਅਗਲਾ ਕਹਿੰਦੇ 5.40 ਰੁਪਏ ਕਿਲੋਗ੍ਰਾਮ ਦੀ ਦਰ ਨਾਲ ਚਾਵਲ ਵੇਚ ਕੇ ਇੱਕ ਵਿਅਕਤੀ ਨੂੰ 10% ਹਾਨੀ ਹੁੰਦੀ ਹੈ। ਕਹਿੰਦੇ ਜੇਕਰ 30% ਲਾਭ ਕਮਾਉਣਾ ਹੋਵੇ ਤਾਂ ਚਾਵਲ ਨੂੰ ਕਿੰਨੀ ਦਰ 'ਤੇ ਵੇਚੇ? ਦੇਖੋ ਉਹੀ ਸਵਾਲ ਸੇਮ ਟੂ ਸੇਮ ਆ ਗਿਆ। ਕਹਿੰਦੇ 100 ਰੁਪਏ ਵਾਲੀ ਚੀਜ਼ ਜਦੋਂ ਉਹ 90 ਰੁਪਏ ਦੀ ਵੇਚਦਾ ਤਾਂ ਉਹਨੂੰ 10 ਰੁਪਏ ਦੀ ਹਾਨੀ 10% ਹਾਨੀ ਹੋਈ ਜਾਂਦੀ। 100 ਵਾਲੀ ਚੀਜ਼ 90 ਦੀ ਵੇਚੀ ਜਾਂਦਾ। 90 ਦਾ ਮੁੱਲ ਕਿੰਨਾ ਗਾ? 5.40 ਰੁਪਏ 40 ਪੈਸੇ। ਤਾਂ ਹੁਣ ਆਪਾਂ ਕੀ ਕਰੀਏ? 90 ਨੂੰ ਆਪਾਂ ਭਾਗ ਕਰ ਦਈਏ। ਠੀਕ ਹੈ, 90 ਭਾਗ 5.40 ਜਦੋਂ ਕਰਾਂਗੇ ਆਪਾਂ 540 ਦੀ ਵੀ ਕਰ ਸਕਦੇ ਸਿੱਧਾ, ਫਿਰ ਪੁਆਇੰਟ ਬਾਅਦ 'ਚ ਲਾ ਲਿਓ। ਤਾਂ ਜੇ ਆਪਾਂ 16.66 ਦੀ ਗੁਣਾ, ਠੀਕ ਹੈ, ਜਦੋਂ ਆਪਾਂ 5.40 ਦੀ ਗੁਣਾ 16.66 ਨਾਲ ਕਰਦੇ ਹਾਂ 90 ਆਨਸਰ ਆ ਜਾਊਗਾ ਆਪਣੇ ਕੋਲ। ਉਵੇਂ ਜਿਵੇਂ ਹੀ ਠੀਕ ਹੈ, ਜਾਂ ਤੁਸੀਂ ਇਹ ਸਮਝ ਲਓ ਕਿ ਜਦੋਂ ਆਪਾਂ 90 ਨੂੰ 1666 ਨਾਲ ਅਤੇ ਵੰਡਾਂਗੇ, ਜਦੋਂ ਆਪਾਂ 90 ਨੂੰ 1666 'ਤੇ ਵੰਡਾਂਗੇ, ਦੇਖ ਲਓ ਵੰਡ ਕੇ ਜਦੋਂ 90 ਨੂੰ ਆਪਾਂ ਭਾਗ 1666 'ਤੇ ਵੰਡਾਂਗੇ ਤਾਂ ਆਪਣੇ ਕੋਲ 5.40 ਆਨਸਰ ਆ ਜਾਊਗਾ। ਉਵੇਂ ਜਿਵੇਂ ਜਿਹੜਾ 100 ਹੈਗਾ ਇਹਨੂੰ ਵੀ ਤੁਸੀਂ 16.66 'ਤੇ ਵੰਡ ਦਿਓ ਜਾਂ ਇਕੱਲੇ 16 'ਤੇ ਵੰਡ ਦਿਓ। ਠੀਕ ਹੈ, ਆਨਸਰ ਆ ਜਾਊਗਾ। ਜੇ ਆਪਾਂ 16 ਭਾਗ 16.66 'ਤੇ ਵੰਡ ਦਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਊਗਾ 6 ਰੁਪਏ। ਠੀਕ ਹੈ, ਚੀਜ਼ ਦਾ ਮੁੱਲ ਕਿੰਨਾ ਅਸਲ ਉਹ ਚੀਜ਼ ਦਾ ਮੁੱਲ ਕਿੰਨਾ ਗਾ? 6 ਰੁਪਏ ਮੁੱਲ ਆ ਵੀ ਚੀਜ਼ ਦਾ। ਜੋ 6 ਰੁਪਏ ਦੀ ਚੀਜ਼ 5.40 ਦੇ ਵਿੱਚ ਵੇਚਦਾ ਤਾਂ ਉਹਨੂੰ 10% ਹਾਨੀ ਹੁੰਦੀ ਹੈ। ਦੇਖੋ 100 ਵਾਲੀ ਚੀਜ਼ ਕਿੰਨੀ ਦੀ ਵੇਚ ਰਿਹਾ ਸੀ? ਉਹ 90 ਦੀ। ਠੀਕ ਹੈ, 90 ਦੀ ਵੈਲੂ ਕਿੰਨੀ ਹੈ? 5.40। ਤਾਂ ਇਹ 5.40 ਦੇ ਵਿੱਚ ਕਿਉਂ ਇੱਕ ਦੀ ਹਾਨੀ ਹੋ ਰਹੀ ਹੈ? ਤਾਂ ਆਪਾਂ 5.40 ਨੂੰ ਜੋ 90 'ਤੇ ਵੱਢਿਆ ਤਾਂ ਆਪਣੇ ਕੋਲ 16.66 ਆ ਗਿਆ। ਅੱਧੇ ਵਿੱਚ ਨੂੰ ਐਂ ਲੱਗਦਾ ਕਿ 540 ਦੀ ਗੁਣਾ ਕਿਵੇਂ ਕਰਾਂਗੇ? ਤਾਂ ਤੁਸੀਂ ਐਂ ਕਰਿਓ 540 ਭਾਗ 90 ਕਰ ਲਿਓ। 540 ਭਾਗ 90 ਕਰ ਲਿਓ।
ठीक है 9 छीक 54 6 आ गए, ठीक है अपने को 6 आ गए। तो तुम ऐं करो, एक मिनट हो तरीका लादा थोड़ा मैं, देखो जी फिर आप की करा जो 90 है, ठीक है 90 ਨੂੰ ਆਪਾਂ 5.40 ਨਾਲ ਜਦੋਂ ਵੰਡਾਂਗੇ ਕਿਉਂਕਿ 5.40 ਨਾਲ ਪੁਆਇੰਟ ਹਟਾ ਦਾਂਗੇ ਆਪਾਂ 540 ਦੇ ਵੰਡ ਦਾਂਗੇ, 540 90 ਦੇ ਵੰਡ ਨਹੀਂ ਦਿੰਦੇ, ਤਾਂ ਕਰਕੇ ਆਪਾਂ ਇਹਨੇ ਇੱਕ ਜ਼ੀਰੋ ਲਾ ਕੇ ਇੱਕ 16 ਵੰਡਾਂਗੇ ਜਦੋਂ ਤਾਂ 16 ਆਨਸਰ ਆ ਜਾਊਗਾ, ਠੀਕ ਹੈ 16 ਆਨਸਰ ਆ ਜਾਊਗਾ, 16 ਦੇ ਨਾਲ 66 ਫੇਰ ਆ ਜਾਊਗਾ ਜਦੋਂ ਆਪਾਂ ਵੰਡਾਂਗੇ ਤੋਂ ਬਾਅਦ, ਠੀਕ ਹੈ ਤਾਂ ਕਰਕੇ 1666 ਆ ਗਿਆ ਸੀ। 1666 ਨੂੰ ਜਦੋਂ ਆਪਾਂ 540 ਦੀ 1666 ਨਾਲ ਗੁਣਾ ਕਿਤੇ 90 ਆ ਗਿਆ, ਜਾਂ ਜਦੋਂ ਆਪਾਂ 90 ਨੂੰ 5.40 ਦੇ ਬੱਚੇ ਆਹ ਚੀਜ਼ ਆ ਗਈ, ਤਾਂ ਚੀਜ਼ ਦਾ ਮੁੱਲ ਆਪਾਂ ਕੱਢ ਲਿਆ, ਕਿੰਨਾ ਆ ਗਿਆ ਸੀ ਚੀਜ਼ ਦਾ ਮੁੱਲ 6 ਰੁਪਏ ਚੀਜ਼ ਦਾ ਮੁੱਲ ਆ ਭਾਈ, 6 ਰੁਪਏ ਉਹ ਚਾਵਲ ਦਾ ਮੁੱਲ ਹੈ। ਕਹਿੰਦੇ ਜੇਕਰ ਉਹਨੇ 30% ਲਾਭ ਕਮਾਉਣਾ ਹੋਵੇ, ਕਹਿੰਦਾ ਉਹਦਾ 100 ਵਾਲੀ ਚੀਜ਼ ਉਹਨੇ ਵੇਚਣੀ ਹੋਵੇ 130 ਰੁਪਏ ਦੀ, ਜ਼ੀਰੋ ਨਾਲ ਜ਼ੀਰੋ ਕੱਟੀ ਗਈ, ਮੁੱਲ ਕਿੰਨਾ ਚੀਜ਼ ਦਾ, ਅਸਲ 'ਚ ਮੁੱਲ ਕਿੰਨਾ ਚੀਜ਼ ਦਾ 6 ਰੁਪਏ, ਤਾਂ ਜਦੋਂ ਆਪਾਂ 10 ਨੂੰ 6 'ਤੇ ਵੰਡਾਂਗੇ, 10 ਭਾਗ 6 ਕਰਾਂਗੇ ਤਾਂ ਆ ਜਾਊਗਾ ਆਪਣੇ ਕੋਲ 1.66, ਜਦੋਂ ਆਪਾਂ 1.66 ਦੀ ਗੁਣਾ 6 ਨਾਲ ਕਰਦੇ ਤਾਂ 10 ਆਨਸਰ ਆ ਜਾਊਗਾ, ਠੀਕ ਹੈ ਜੇ ਆਪਾਂ 6 ਦੀ ਗੁਣਾ 1.6 ਨਾਲ ਕਰਦੇ 10 ਆਨਸਰ ਆ ਜਾਊਗਾ। ਉਵੇਂ ਜਿਵੇਂ ਇੱਧਰ ਪੁੱਛ ਰਹੇ ਆ ਇਹ ਕਿ ਕਿੰਨੇ ਦੀ ਵੇਚੀ ਜਾਵੇ ਕਿ ਆਪਾਂ ਨੂੰ ਇੰਨੇ % ਲਾਭ ਹੋਵੇ, ਤਾਂ 1.66 ਤੇ ਇਹਨੂੰ ਵੰਡ ਦਿਓ 13 ਨੂੰ, 13 ਭਾਗ 1.66, ਇੱਕ ਮਿੰਟ 13 ਭਾਗ 1.66 ਤੇ ਜਦੋਂ ਆਪਾਂ ਵੰਡਿਆ ਤਾਂ ਇਹ ਆ ਗਿਆ ਵੀ ਆਪਣੇ ਕੋਲ ਆਨਸਰ 64 ਆਨਸਰ ਹੋਣਾ ਚਾਹੀਦਾ ਹਰ ਹਾਲਤ ਦੇ ਵਿੱਚ। ਦੇਖੋ 6 ਰੁਪਏ ਆਨਸਰ ਆ ਰਿਹਾ 7 ਵੀ 6 ਰੁਪਏ ਦਾ ਭਾਈ ਇਹਦਾ ਆ ਰਿਹਾ ਸੀ ਆਪਣੇ ਕੋਲ ਲਾਭ, ਠੀਕ ਹੈ 6 ਰੁਪਏ ਲਾਭ ਆ ਰਿਹਾ ਸੀ ਇਹਦਾ। ਜਿਹੜੀ ਦੁਬਾਰਾ ਕਹਿੰਦੇ 100 ਰੁਪਏ ਦੀ ਚੀਜ਼, ਅੱਛਾ ਸੌਰੀ 100 ਵਾਲੀ ਚੀਜ਼ ਵੇਚ ਰਿਹਾ ਉਹ 13 ਦੀ, ਠੀਕ ਹੈ 100 ਵਾਲੀ ਚੀਜ਼ 13 ਦੀ ਵੇਚ ਰਿਹਾ, ਅਤੇ 10 ਦੀ ਵੈਲੂ ਕਿਹਦੇ ਬਰਾਬਰ ਹੈ 6 ਦੇ ਬਰਾਬਰ ਹੈ, ਠੀਕ ਹੈ 10 ਦੀ ਵੈਲੂ 6 ਦੀ ਬਰਾਬਰ ਹੈ। ਤਾਂ ਇਹਨੂੰ ਕਿਵੇਂ ਕਰਾਂਗੇ ਆਪਾਂ, ਜਦੋਂ ਆਪਾਂ 10 ਨੂੰ 6 'ਤੇ ਵੱਢਿਆ 10 ਭਾਗ 6 ਕੀਤਾ ਤਾਂ ਆਪਣੇ ਕੋਲ ਆਨਸਰ ਆ ਗਿਆ 166, ਠੀਕ ਹੈ 166 ਆ ਗਿਆ। ਜਦੋਂ ਆਪਾਂ 10 ਨੂੰ 1.66 'ਤੇ ਬਣਦੇ ਹਾਂ ਤਾਂ ਆਪਣੇ ਕੋਲ 6 ਆਨਸਰ ਬਚਦਾ ਭਾਈ ਮਗਰ, ਠੀਕ ਹੈ ਉਹ ਜਿਵੇਂ ਆਪਾਂ ਜਦੋਂ 13 ਭਾਗ 1.66 ਕਰਾਂਗੇ ਤਾਂ ਜਿਹੜਾ ਆਪਣਾ ਆਨਸਰ ਆ ਜਾਊਗਾ, ਆਪਣਾ ਆਨਸਰ ਆ ਜਾਊਗਾ 7.83, 7.83 ਜਾਂ 7.8 ਕਿੱਥੇ ਪਿਆ ਹੈਗਾ, ਆਹ ਪਿਆ ਭਾਈ ਆਪਸ਼ਨ ਨੰਬਰ ਡੀ, ਠੀਕ ਹੈ ਥੋੜ੍ਹੇ ਮੋਟੇ ਪੁਆਇੰਟਾਂ ਕਰਕੇ ਥੋੜ੍ਹੀ ਮੋਟੀ ਮੁਸ਼ਕਿਲ ਹੋ ਜਾਂਦੀ ਹੁੰਦੀ ਹੈ ਪੁੱਤਰੋ। ਦੁਬਾਰੇ ਫੇਰ ਦੱਸ ਦਿੰਦਾ ਇੱਕ ਵਾਰੀ, ਜਦੋਂ ਕੋਈ ਵੀ ਬੰਦਾ 10% ਹਾਨੀ ਹੋ ਰਿਹਾ 100 ਵਾਲੀ ਚੀਜ਼ ਕਿੰਨੀ ਬੇਚ ਰਿਹਾ ਉਹ 90 ਦੀ ਵੇਚ ਰਿਹਾ, ਜਿਹਨੂੰ ਹਾਨੀ ਹੋ ਰਹੀ ਹੈ, ਹਾਨੀ ਵਾਲਾ ਰੇਟ ਕਿੰਨਾ ਗਾ 5.40, ਤਾਂ 5.40 ਨੂੰ ਇਹ 'ਤੇ ਵੰਡ ਦਿਓ, ਠੀਕ ਹੈ ਜਿੰਨਾ ਆਨਸਰ ਆ ਗਿਆ ਉਹਨੂੰ ਉਹ ਆਪਾਂ ਨੂੰ ਪਤਾ ਲੱਗ ਜੂ ਕਿ ਇਹਦੇ ਨਾਲ ਗੁਣਾ ਕਰਕੇ ਇੰਨੀ ਵੈਲੂ ਬਣਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ 12 ਵਸਤੂਆਂ ਵੇਚ ਕੇ, ਇੱਕ ਮਿੰਟ ਇਸ ਤੋਂ ਬਾਅਦ ਅਗਲਾ ਜੀ ਕਹਿੰਦੇ 12 ਵਸਤੂਆਂ ਵੇਚ ਕੇ ਇੱਕ ਆਦਮੀ ਨੂੰ 15 ਵਸਤੂਆਂ ਦੇ ਬਰਾਬਰ ਕੀ ਹੋ ਰਿਹਾ ਲਾਭ ਹੋ ਰਿਹਾ ਹੈ। ਦੇਖੋ ਜ਼ੀਰੋ ਤਾਂ ਆਪਾਂ ਨੂੰ ਹੋ ਰਿਹਾ ਲਾਭ, ਫਿਰ ਤਾਂ ਆਪਾਂ ਉਹਦੇ ਦਾਇਰੇ ਦੇ ਵਿੱਚ ਰਹਿਣਾ, ਗੱਲ ਯਾਦ ਰੱਖ ਲਓ ਫਾਰਮੂਲਾ ਇਹ, ਜੇ ਆਪਾਂ ਨੂੰ ਹੋ ਜਾਣੀ ਆ ਹਾਨੀ ਫਿਰ ਆਪਾਂ ਦਾਇਰੇ ਤੋਂ ਬਾਹਰ ਹੋ ਜਾਵਾਂਗੇ, ਇਹ ਗੱਲ ਯਾਦ ਰੱਖਿਓ, ਠੀਕ ਹੈ। ਦੇਖੋ ਜੀ ਜਦੋਂ ਤਾਂ ਆਪਾਂ ਨੂੰ ਹੋ ਰਹੀ ਆ ਹਾਨੀ ਉਹ ਤਾਂ ਆਪਾਂ ਦਾਇਰੇ ਤੋਂ ਬਾਹਰ ਹੋ ਜਾਵਾਂਗੇ, ਜਦੋਂ ਹੋ ਰਿਹਾ ਲਾਭ ਉਹ ਤਾਂ ਆਪਾਂ ਦਾਇਰੇ ਦੇ ਵਿੱਚ ਰਹਾਂਗੇ, ਠੀਕ ਹੈ ਇਹ ਗੱਲ ਯਾਦ ਰੱਖਣੀ, ਕਿਉਂਕਿ ਆਪਾਂ ਨੂੰ ਹਾਨੀ ਹੋ ਜਾਵੇ ਗੁੱਸਾ ਜਦੋਂ ਆਪਾਂ ਦਾਇਰੇ ਤੋਂ ਬਾਹਰ ਹੋ ਜਾਵਾਂਗੇ, ਤਾਂ ਯਾਦ ਰੱਖਣੀ ਹੈ। ਤਾਂ 12 ਰੁਪਏ ਦੀ ਚੀਜ਼ ਕਹਿੰਦੇ 12 ਵਸਤੂਆਂ ਦਾ ਵੇਚ ਮੁੱਲ 15 ਦੇ ਬਰਾਬਰ ਹੈਗਾ, ਤਾਂ ਉਹਨੂੰ ਕਿੰਨਾ ਲਾਭ ਹੋਊਗਾ, ਕਿੰਨਾ ਫਰਕ ਰਹੇਗਾ ਇਹਨਾਂ ਦੇ ਵਿੱਚ, ਫਰਕ ਕਿੰਨਾ ਹੈਗਾ 3, ਲੈ ਕੇ ਕਿੰਨੇ ਦੀ ਆਇਆ ਸੀ ਉਹ 12 ਦੀ ਗੁਣਾ 100, ਠੀਕ ਹੈ 300/12 ਕਰ ਦਿਓ, ਕਿੰਨਾ ਕਰ ਦਿਓ 300/12 ਕਰ ਦਿਓ। ਹੁਣ ਆਪਾਂ ਦੇਖੀਏ ਆਨਸਰ ਆਊਗਾ ਜਦੋਂ 300/12 ਕਰਾਂਗੇ, 12 ਦੂਣਾ 24, 6 12 5 60, ਤਾਂ 25% ਭਾਈ ਇਹਦਾ ਆਨਸਰ ਆ ਗਿਆ, ਆਪਸ਼ਨ ਨੰਬਰ ਏ ਦਾ ਬਿਲਕੁਲ ਸਹੀ ਆਨਸਰ ਹੈ। ਜਦੋਂ ਆਪਾਂ ਦਾਇਰੇ ਦੇ ਵਿੱਚ ਹੀ ਰਹਿਣਾ, ਜਦੋਂ ਕੋਈ ਚੀਜ਼ 12 ਵਸਤੂਆਂ ਕਹਿੰਦਾ ਵੇਚ ਕੇ ਉਹ 15 ਵਸਤੂਆਂ ਦੇ ਬਰਾਬਰ ਲਾਭ ਕਮਾ ਰਿਹਾ, 12 ਵਸਤੂਆਂ ਵੇਚ ਕੇ ਉਹ 15 ਦੇ ਬਰਾਬਰ ਲਾਭ ਲਿਆ ਰਿਹਾ ਹੈ, ਕਿ ਜਮਾਂ ਬਸ ਇਹਦੇ ਵਿੱਚ ਹੀ ਸਾਰੀ ਗੱਲ ਸਮਾਪਤ ਕਰਨੀ, ਡਿਫਰੈਂਸ ਦੇਖ ਲੈਣਾ, ਜਿੱਦਾਂ ਦੀ ਉਹ ਲੈ ਕੇ ਆਈ ਆ ਉਹ ਥੱਲੇ ਲਾ ਦੇਣਾ, ਗੁਣਾ 100 ਕਰ ਦੇਣਾ, ਆਨਸਰ ਆ ਜਾਊਗਾ ਆਪਣਾ। ਆ ਵੀ ਜਮਾਂ ਸੇਮ ਟੂ ਸੇਮ ਹੈ। ਕਹਿੰਦੇ ਇੱਕ ਵਿਅਕਤੀ 320 ਅੰਬ 400 ਰੁਪਏ ਅੰਬਾਂ ਦੇ ਮੁੱਲ ਦੇ ਬਰਾਬਰ ਵੇਚਦਾ, 320 ਅੰਬ ਆ ਜਿਹੜੇ 400 ਲਾਭ ਪ੍ਰਤੀਸ਼ਤ ਪਤਾ ਕਰੋ, ਕਿਵੇਂ ਕਰਾਂਗੇ ਦਾਇਰੇ 'ਚ ਰਹਾਂਗੇ ਕਿਉਂਕਿ ਲਾਭ ਹੋ ਰਿਹਾ 320 ਵਾਲੀ ਚੀਜ਼ 400 ਦੇ ਬਰਾਬਰ ਵੇਚ ਰਿਹਾ, ਉਹ 320 ਵਾਲੀ ਚੀਜ਼ 400 ਦੇ ਬਰਾਬਰ ਵੇਚ ਰਿਹਾ, ਡਿਫਰੈਂਸ ਕਿੰਨਾ ਆ ਗਿਆ ਇਹਨਾਂ ਦੇ ਵਿੱਚ 80, ਲੈ ਕੇ ਕਿੰਨੇ ਦਾ ਆਇਆ ਸੀ 320 ਦੀ
गुणा कितनी है 100, जीरो जीरो कट्टी गई, 5 16 दूणा 32, ठीक है 16 दूणा 32। इस तो बाद 16 दूणा 32 हो गए जो ये दोबारा कट्टिया जाऊगा ये 40 8 8 5 40 5 5 25। तो इत्थे भी उन्होंने की हो रहा है 25% लाभ हो रहा। बस जो चीज़ 'ਚ लाभ हो रहा होवे उदों आपां दायरे दे विच ही रहना गा। जिन्नी चीज़ दित्ती भी है उहदे विचों ही आपां हानि कर देनी है, डिफरेंस कढ लेना। जिन्ना डिफरेंस आ गया वो ला के ते जिन्नी दी आपां चीज़ खरीदी है वो थल्ले ला देनी है ते गुणा 100 कर देना। इस तो बाद अगला आ गया कहते 15 मेज़ां का खरीद मुੱਲ 20 मेज़ां के बेच मुੱਲ के बराबर है, उन्होंने हानि हो रही है। हुण हो रही है हानि, तो हुण आपां की हो जाएंगे दायरे तो बाहर हो जाएंगे, ठीक है। की हो जाएंगे आपां दायरे तो बाहर हो जाएंगे। कहने का मतलब कि ये की करांगे आपां देखो, ये की करांगे आपां देखो, ये आपां वो जो आपां दायरे दे विच रहिंदे सी आपां दायरे तो बाहर हो जाएंगे। कहना मतलब किन्ने दा फर्क पै रहा है 5 का, किन्ने दी बेच के उन्होंने हानि हो रही है 20 की बेच के, तो 20 थल्ले लग जू, गुणा 100 उपर लग जू, 20 5 100 5 5 25 आंसर आ गया। जो तुम मैथ मंग देखोगे मैथ ने नहीं पता कि वड्डी इकाई बनाती हो उन्होंने, ठीक है। बस एडे एडे सवाल आ गए। दायरे 'ਚ रहना जो आप फेल हो गए, दायरे तो बाहर हो जाना कि पिछली चीज़ चक लेनी उदों आप दायरे तो बाहर हो जाना, एड वाली चीज़ चक लेनी आप। इस तो बाद अगला कि 40 वस्तुएं बेच के 40 वस्तु बेच के किसी बंदे 50 वस्तुओं के खरीद मुੱਲ के बराबर हो, 40 वस्तुओं 50 रुपये के बराबर बेची जाता हो, की हो रहा लाभ ही हो रहा होगा। ये हरेक बच्चे को पता गा कि उन्होंने लाभ होगा, ठीक है। तो आप की करा 40 रुपये वाली चीज़ है कि बराबर बेच रहा 50 के विचकार बेच रहा, फर्क डिफरेंस कितना रहेगा 10 लैके किन्ने दी आया सी वो 40 दियाँ, गुणा 100 आ जीरो कट्टी गई, आ 5 आ 2 आ 5 5 5 25% भाई उन्होंने लाभ हो रहा है। सी नंबर ऑप्शन है जमा सही आंसर है। इस तो बाद आ गया आप 14वें ते, ये की कह रहा देखो ध्यान नाल सुनो। कहते जेकर कुछ किताबां 200 तो लैके 350 के विच खरीदियां जांदियां हन, मतलब मैं किताबां लैण गया, मैं 200 ते 300 ते 50 के विच ही किताबां खरीद लियां, ठीक है। तो 300 तो लैके 425 के तक किताबां मैं बेच दियां। मैं किताबां जिहड़ियां खरीदियां सी 200 रुपये तो लैके 350 के विच ही खरीद लियां, पर बेच में किन्ने दित्तियां 300 ते 425 के विच। कहते 8 किताबां नूं बेच के वध तो वध कितना लाभ कमाया जा सकता है। तो जब आप वध तो वध लाभ कमाउणा तां करके आपां नूं चीज़ घੱਟ तो घੱਟ खरीदनी पऊगी ते वध तो वध ते बेचनी पऊगी। तां करके आपां इधरों ये चक लांगे, इधरों आपां वो चक लांगे। जे घੱਟ तो घੱਟ कह दिंदे फिर आपां इधरों 350 चक लांदे, इधरों आपां 300 चकदे, ठीक है। देखो 8 किताबों बेच के वध तो वध कितना लाभ कमाया। 8 किताबां किन्ने दी लैके आया, सब तो पहलां तो 200 रुपये के हिसाब से देखिए आप वध तो वध पता करना, तो ये हो गया भाई 1600 रुपये का बेच के आया। वध तो वध किन्ने दी बेचतियां उन्हें 8 किताबां 425 रुपये दी, जो 425 रुपये की आप 8 नाल गुणा की तो अपने को जो आंसर आ जाऊगा वो आ जाऊगा 8 5 40 8 5 40 4 हासल तो 8 चौका 16 16 ने 4 ये करके आ जाऊगा भाई अपने को 3400 आंसर आ जाऊगा, क्योंकि 8 चौका 32 होंगे, ठीक है। तो ये आ जाऊगा 3400। कहना मतलब कि कितना लाभ कमा रहा है बिच वो उन्हें कितना लाभ कमा लिया। 1600 रुपये की चीज़ां ले गया सी, 3400 रुपये बेचतियां, तो 3400 के विचों 1600 डायरैक्ट ही घटा दो, 0 0 14 8 तिनों इधर हासिल वग गया सी, तो 1800 रुपये का आंसर बिल्कुल सही आ गया, 6 नंबर ऑप्शन, ओके। इस तो बाद अगले का आप इस सवाल इस तरह हल करा भाई 1 रुपये के किन्ने नींबू खरीदा भाई वो 2 नींबू खरीददा गा 1 रुपये के, 5 रुपये के किन्ने नींबू खरीददा 3 रुपये के। मान लो वो की करदा 10 नींबू खरीददा है, जेकर 10 नींबू खरीददा है, ठीक है 2 रुपये के हिसाब नाल, तां किन्ने नींबू बन गए कोले 5 रुपये का 1 नींबू खरीद लिया उन्हें, ठीक है। 2 मतलब हाँ 2 नींबू खरीददा 10 रुपये के जेकर, ओके 5 रुपये आंसर आ गया अपने को, ठीक है। इस तो बाद जो आपको बेचना बेचांगे किन्ने बेचू बेचांगे आप 3 नींबू बेचांगे, कि हिसाब से बेचांगे 5 रुपये के हिसाब से, तो गुणा 100 लग जूगा, तो गुणा 10 लगूगा ਇਹਦਾ, क्योंकि आप इतने मान लो करा सी ना, मान लो तो 5 दूनी 10 किन्ने का पै गया आपको नींबू, अपने को भाई नींबू का बेच मुੱਲ आ गया 6 रुपये। खरीदिया किन्ने का सी नींबू आप 5 रुपये का सी, बेचिया किन्ने का 6 रुपये का। डिफरेंस कितना आ गया दोनों विचकार 1, खरीद मुੱਲ गुणा 100, ठीक है। तो 20 5 100, तो 20% भाई ਇਹਦਾ आंसर आ गया, ओके जी। बस इस तरह नहीं आप सारा सवाल ये कढ़ना गा।
ਕੋਈ ਇਹਦੇ ਵਿੱਚ ਕੋਈ ਦੋ ਰਾਏ ਵਾਲੀ ਕੋਈ ਔਖਾ ਸਵਾਲ ਨਹੀਂ ਹੈਗਾ, ਬਿਲਕੁਲ ਸੌਖਾ ਸਵਾਲ ਆ ਪੁੱਤਰੋ ਇਹ। ਠੀਕ ਹੈ, ਹੁਣ ਚੱਲਦੇ ਆਪਾਂ ਅਗਲੇ ਸਵਾਲ 'ਤੇ। ਇੱਕ ਤਾਂ ਇਹ ਤਰੀਕਾ ਸੀ ਭਾਈ ਜਿਹਨੇ ਤੁਹਾਨੂੰ ਮੈਂ ਕਰਵਾਇਆ ਹੈਗਾ। ਅੱਧੇ ਬੱਚੇ ਨੂੰ ਇਹ ਤਰੀਕਾ ਸਮਝ ਨਹੀਂ ਆਇਆ ਤਾਂ ਉਹਨਾਂ ਵਾਸਤੇ ਇੱਕ ਦੂਸਰਾ ਤਰੀਕਾ ਵੀ ਹੈਗਾ, ਦੇਖ ਲਓ ਕਿਵੇਂ ਕਰਦੇ ਆਪਾਂ। ਕਹਿੰਦੇ 1 ਰੁਪਏ ਦੇ, ਠੀਕ ਹੈ, 1 ਰੁਪਏ ਦੇ ਕੋਈ ਬੰਦਾ ਕਿੰਨੇ ਨਿੰਬੂ ਲੈ ਕੇ ਆਇਆ ਹੈਗਾ? 2 ਨਿੰਬੂ ਲੈ ਕੇ ਆਇਆ, ਤਾਂ ਇੱਕ ਨਿੰਬੂ ਦੀ ਕੀਮਤ ਕਿੰਨੀ ਹੋਗੀ? 0.5। ਠੀਕ ਹੈ, 1 ਰੁਪਏ ਦੇ 2 ਨਿੰਬੂ ਲੈ ਕੇ ਆਇਆ, ਜਦੋਂ ਆਪਾਂ 1 ਨੂੰ 2 'ਤੇ ਵੰਡਾਂਗੇ ਤਾਂ 0.5 ਆਨਸਰ ਆ ਜਾਊਗਾ। ਇਸ ਤੋਂ ਬਾਅਦ ਕਹਿੰਦੇ 5 ਰੁਪਇਆਂ ਦੇ ਉਹ ਬੰਦਾ ਕਿੰਨੇ ਨਿੰਬੂ ਵੇਚ ਰਿਹਾ? 3 ਨਿੰਬੂ ਵੇਚ ਰਿਹਾ ਹੈਗਾ। ਤਾਂ 5 ਅਤੇ ਜਦੋਂ ਆਪਾਂ 3 ਨੂੰ ਵੰਡਾਂਗੇ, 1 ਤੀਆ 30 ਆ ਅਤੇ 6 ਤੀਏ 18। ਕਹਿੰਦਾ ਮਤਲਬ ਕਿ ਜਦੋਂ ਤਾਂ ਉਹ ਨਿੰਬੂ ਖਰੀਦਦਾ ਸੀ ਉਦੋਂ ਤਾਂ ਉਹਦਾ ਰੇਟ ਹੈਗਾ ਸੀ 0.5। ਜਦੋਂ ਨਿੰਬੂ ਵੇਚ ਰਿਹਾ ਉਦੋਂ ਬੇ ਰੇਟ ਕਿੰਨਾ ਉਹਦਾ? 1.6। ਬਸ ਹੁਣ ਆਪਾਂ ਇੱਥੋਂ ਕੱਢ ਲੈਂਦੇ ਹਾਂ। 0.5 ਵਾਲੀ ਚੀਜ਼ ਕਿੰਨੇ ਦੀ ਵੇਚ ਰਿਹਾ ਉਹ? 0.5 ਵਾਲੀ ਚੀਜ਼ ਭਾਈ ਉਹ ਵੇਚ ਰਿਹਾ ਹੈਗਾ 1.6 ਦੀ। ਡਿਫਰੈਂਸ ਕਿੰਨਾ ਆ ਜੂਗਾ ਇਹਦੇ ਵਿੱਚ? 1.6 ਦੇ ਵਿੱਚੋਂ ਜਦੋਂ ਆਪਾਂ 0.5 ਘਟਾਵਾਂਗੇ ਤਾਂ 6 ਦੇ ਵਿੱਚੋਂ 5 ਕੱਢਿਆ 1, ਤਾਂ ਇੱਥੇ 0.1 ਆ ਜੂਗਾ। 1.1 ਦਾ ਫਰਕ ਪੈ ਰਿਹਾ ਹੈਗਾ। ਠੀਕ ਹੈ, ਤਾਂ 1.1 ਦਾ ਕੀ ਹੋ ਰਿਹਾ? ਉਹਨੂੰ ਲਾਭ ਹੋ ਰਿਹਾ। ਕਿੰਨੇ ਦੇ ਲਾਭ ਹੋ ਰਿਹਾ? 0.5 ਦੇ ਲਾਭ ਹੋ ਰਿਹਾ। ਗੁਣਾ ਆਪਾਂ ਕਰ ਦਿੰਦੇ ਹਾਂ 100। ਆਹ ਪੁਆਇੰਟ ਨਾਲ ਆਹ ਪੁਆਇੰਟ ਕੱਟਿਆ ਗਿਆ, ਤਾਂ ਇੱਧਰ ਆ ਗਿਆ 20। ਠੀਕ ਹੈ, ਇੱਧਰ ਆ ਗਿਆ 20 5 100। ਜਦੋਂ ਹੁਣ ਆਪਾਂ 20 ਦੀ 11 ਨਾਲ ਗੁਣਾ ਕਰਾਂਗੇ 0 2 0 2, ਇਹ ਕਿੰਨਾ ਆ ਗਿਆ ਆਨਸਰ? 220 ਆ ਗਿਆ। ਤਾਂ 200 ਤੋਂ ਕਿੰਨੇ % ਉੱਤੇ ਆ ਗਿਆ? ਉੱਤੇ ਕਿੰਨਾ? 200 ਤੋਂ ਕਿੰਨੇ % ਉੱਪਰ ਆ ਗਿਆ? 20%। ਤਾਂ ਆਪਾਂ ਆਨਸਰ ਵੀ 20 ਲਾ ਸਕਦੇ ਹਾਂ ਇਸ ਲੋੜ 'ਤੇ ਵੀ। ਜਿਹੜਾ ਤੁਹਾਨੂੰ ਤਰੀਕਾ ਦੋਨਾਂ ਦੇ ਵਿੱਚੋਂ ਸੌਖਾ ਲੱਗਦਾ ਉਹ ਤੁਸੀਂ ਲਾ ਸਕਦੇ ਹੋ ਭਾਈ। ਠੀਕ ਹੈ, ਵੈਸੇ ਜਿਹੜਾ ਤਰੀਕਾ ਮੈਂ ਹੁਣ ਲਾਇਆ ਜਾਂ ਇਹੀ ਤੁਸੀਂ ਵੱਧ ਤੋਂ ਵੱਧ ਲਾਉਣ ਦੀ ਕੋਸ਼ਿਸ਼ ਕਰਿਓ, ਤਾਂ ਪੇਪਰ ਦੇ ਵਿੱਚ ਤੁਸੀਂ ਬਹੁਤ ਵਧੀਆ ਰਹੋਗੇ। ਓਕੇ ਜੀ, ਹੁਣ ਚੱਲਦੇ ਆਪਾਂ ਅਗਲੇ ਸਵਾਲ 'ਤੇ। ਦੇਖੋ ਜੀ, ਇਹ ਤੋਂ ਬਾਅਦ ਆ ਗਿਆ ਅਗਲਾ ਸਵਾਲ। ਇਹ ਸਵਾਲ ਵੀ ਆਪਾਂ ਬਹੁਤ ਤਕਨੀਕ ਨਾਲ ਕੱਢਾਂਗੇ, ਬਿਲਕੁਲ ਸੌਖੇ ਤਰੀਕੇ ਨਾਲ ਸਵਾਲ ਕੱਢਾਂਗੇ। ਜੇਕਰ ਤੁਸੀਂ ਵੈਸੇ ਦੇਖਣਾ, ਵੈਸੇ ਤੁਹਾਨੂੰ ਕਿਤਾਬਾਂ 'ਤੇ ਐਂ ਸਮਝ ਲਓ ਕਿ ਬਹੁਤ ਵੱਡਾ ਆਪਰੇਸ਼ਨ ਬਣ ਜਾਣਾ, ਪਰ ਆਪਾਂ ਬਹੁਤ ਛੋਟੇ ਤਰੀਕੇ ਨਾਲ ਸਵਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਕਹਿੰਦੇ 11 ਕਿਤਾਬਾਂ ਖਰੀਦਦਾ ਕੋਈ ਬੰਦਾ 10 ਰੁਪਏ ਦੇ ਹਿਸਾਬ 'ਤੇ। 10 ਰੁਪਏ ਵਿੱਚ ਰੱਖ ਲਓ। 11 ਨੂੰ ਜਦੋਂ ਆਪਾਂ ਵੰਡਾਂਗੇ ਤਾਂ 0 ਲੱਗ ਜੂਗੀ ਮੂਹਰੇ। ਇਸ ਤੋਂ ਬਾਅਦ ਇਹਦੇ 100 ਲੱਗ ਜੂ ਇੱਥੇ, ਤਾਂ 11 ਨਾ ਆ 99। ਕਹਿੰਦਾ ਕੋਈ ਬੰਦਾ 0.9 ਰੁਪਈਆਂ ਦੀ ਹਿਸਾਬ ਨਾਲ ਇੱਕ ਕਿਤਾਬ ਖਰੀਦਦਾ। ਇਹਦਾ ਮਤਲਬ ਇੱਕ ਕਿਤਾਬ ਖਰੀਦਦਾ ਨਾ, 11 ਕਿਤਾਬਾਂ ਉਹ 10 ਰੁਪਏ ਦਾ ਖਰੀਦ ਕੇ ਲਿਆਉਂਦਾ। ਤਾਂ ਦੂਸਰੇ ਪਾਸੇ ਉਹ 10 ਕਿਤਾਬਾਂ ਜਿਹੜਾ 11 ਰੁਪਏ ਦੇ ਹਿਸਾਬ 'ਤੇ ਵੇਚ ਦਿੰਦਾ। 11 ਰੁਪਏ ਵਿੱਚ ਰੱਖ ਲਓ, 10 ਕਿਤਾਬਾਂ ਹੈਗੀਆਂ। ਠੀਕ ਹੈ, 11 ਰੁਪਏ ਦੇ ਹਿਸਾਬ ਨਾਲ 10 ਕਿਤਾਬਾਂ ਵੇਚਦਾ ਤਾ ਉਹ। ਤਾਂ ਇੱਧਰ ਆ ਗਿਆ ਅਤੇ ਨਾਲ ਪੁਆਇੰਟ ਲੱਗ ਗਿਆ 1 10 10। ਕਹਿੰਦਾ ਮਤਲਬ ਕਿ 0.9 ਰੁਪਏ ਦੀ ਚੀਜ਼ ਲਿਆ ਰਿਹਾ ਉਹ। ਠੀਕ ਹੈ, 0.9 ਰੁਪਏ ਦੀ ਚੀਜ਼ ਲਿਆ ਰਿਹਾ ਅਤੇ ਵੇਚ ਕੇ ਦੇ ਰਿਹਾ ਹੈਗਾ 1.1 ਦੀ। ਡਿਫਰੈਂਸ ਕਿੰਨਾ ਆ ਜੂਗਾ ਇਹਨਾਂ ਵਿਚਾਲੇ? ਜਦੋਂ ਆਪਾਂ 1.1 ਦੇ ਵਿੱਚੋਂ 0.9 ਘਟਾਵਾਂਗੇ ਤਾਂ ਇੱਧਰ ਆ ਜੂਗਾ ਹਾਸਲ, ਇਹ ਬਣ ਜੂਗਾ 2। ਠੀਕ ਹੈ, 0.2 0.2 ਤਾਂ ਆਪਣੇ ਕੋਲ ਭਾਈ ਇਹਦਾ ਲਾਭ ਆ ਗਿਆ। ਕਿੰਨੇ ਦੀ ਖਰੀਦ ਕੇ ਆ ਰਿਹਾ ਸੀ? 0.9 ਦੀ ਗੁਣਾ 100। 0 ਵਾਲਾ 0 ਕੱਟੇ ਗਈਆਂ। ਠੀਕ ਹੈ, ਇੱਧਰ ਆ ਗਿਆ 200। ਜਦੋਂ ਆਪਾਂ 200/9 ਕਰਾਂਗੇ, 200/9 ਕਰਾਂਗੇ, 9 ਦੂਣੀ 18, 9 ਦੂਣੀ 18। ਤਾਂ 22 ਕਿਹਦੇ 'ਚ ਆਨਸਰ ਆ ਰਿਹਾ? 22 ਅਤੇ ਕਿਤੇ 'ਚ ਆਨਸਰ ਆ ਰਿਹਾ ਨਾ ਬੱਚੇ? 22 ਦੇ ਡੇਢ ਕਿਹੜੀ ਸੰਖਿਆ ਆ ਰਹੀ ਹੈ? ਉਹ ਆ ਰਹੀ ਹੈ ਸੀ ਆਪਸ਼ਨ। ਤਾਂ ਇਹਦਾ ਲੱਗ ਜੂ 21 ਨੰਬਰ ਆਨਸਰ ਲੱਗ ਜੂਗਾ, ਕਿਉਂਕਿ ਮਤਲਬ ਪੁਆਇੰਟਾਂ ਦੇ ਵਿੱਚ ਥੋੜ੍ਹੀ ਮੋਟੀ ਮਿਸਟੇਕ ਕਿਤੇ ਨਾ ਕਿਤੇ ਹੋ ਜਾਂਦੀ ਹੈ, ਤਾਂ ਕਰਕੇ। ਠੀਕ ਹੈ, ਤਾਂ ਇਹ ਆ ਗਿਆ ਦਾ ਆਨਸਰ। ਇਸ ਤੋਂ ਬਾਅਦ ਅੱਗੇ 8 ਦਰਜਨ ਪੈਨਸਲਾਂ ਵੇਚ ਕੇ ਇੱਕ ਦੁਕਾਨਦਾਰ ਇੱਕ ਪੈਨਸਲ ਦੇ ਵੇਚ ਮੁੱਲ ਦੇ ਬਰਾਬਰ ਲਾਭ ਕਮਾਉਂਦਾ ਹੈ। ਠੀਕ ਹੈ, 10 ਪੈਨਸਲਾਂ ਵੇਚ ਕੇ ਇੱਕ ਦਰਜਨ ਪੈਨਸਲ ਦੇ ਵੇਚ ਮੁੱਲ ਦੇ ਲਾਭ ਕਮਾਉਂਦਾ ਹੈ। ਇਹਦਾ ਆਨਸਰ ਦੱਸਣਾ ਆਪਾਂ। ਦੇਖੋ ਜੀ, ਕਹਿੰਦੇ 8 ਦਰਜਨ ਪੈਨਸਲਾਂ ਵੇਚ ਕੇ, ਠੀਕ ਹੈ, 8 ਦਰਜਨ ਪੈਨਸਲਾਂ ਵੇਚ ਕੇ ਇੱਕ ਦੁਕਾਨਦਾਰ ਇੱਕ ਦਰਜਨ ਪੈਨਸਲਾਂ ਦੇ ਵੇਚ ਮੁੱਲ ਦੇ ਬਰਾਬਰ ਲਾਭ ਕਮਾਉਂਦਾ ਹੈ। ਉਸਦਾ ਲਾਭ ਪ੍ਰਤੀਸ਼ਤ ਪਤਾ ਕਰੋ। ਠੀਕ ਹੈ ਜੀ, ਤਾਂ ਕਹਿਣਾ ਮਤਲਬ ਕਿ ਇੱਕ ਦਰਜਨ ਦੇ ਬਰਾਬਰ ਲਾਭ ਕਮਾ ਰਿਹਾ। ਕਹਿੰਦਾ ਮਤਲਬ 7 ਤੋਂ ਕਿੰਨੇ ਲਾਭ ਕਮਾ ਰਿਹਾ ਉਹ? 8 ਦਾ। 7 ਦਰਜਨਾਂ ਦੇ ਬਰਾਬਰ ਉਹ 8 ਦਾ ਲਾਭ ਕਮਾ ਰਿਹਾ ਕਿ ਇੱਕ ਦਰਜਨ ਵੱਧ ਉਹਨੂੰ ਬਚ ਰਹੀ ਹੈ 8 ਦਰਜਨਾਂ ਦੇ ਵਿੱਚ। ਤਾਂ ਡਿਫਰੈਂਸ ਕਿੰਨਾ ਆ ਗਿਆ ਦਾ? 1। ਖਰੀਦੀ ਕਿੰਨੇ ਨੇ ਸੀ ਉਹਨੇ? ਖਰੀਦੀਆਂ ਕਿੰਨੇ ਸੀ ਉਹਨੇ? 7 ਗੁਣਾ 100। ਜਦੋਂ ਆਪਾਂ 100 ਨੂੰ 7 'ਤੇ ਵੰਡਾਂਗੇ ਤਾਂ 1 7 ਆ 7 ਆ, 7 ਚੌਕਾ 28। ਕਿੰਨਾ ਆ ਜੂਗਾ? 7 ਚੌਕਾ ਆ ਜੂਗਾ 28।
मगर आ गया 2, 7 दूनी 14। तो यह जिहा भाई आंसर आऊगा कोई, ठीक है। 17.2 तो ये देख लो 17.2 किहदे च पिया गा आंसर। 1 7 आ रहा है किसी अगे भाई, देखना पऊगा अपन दोबारा, फिर 1 मिनट दोबारा करके देखिए। 1/7 गुणा 100, जो 100 ਨੂੰ ਆਪਾਂ 7 ਨੇ ਵੰਡਿਆ, 1 7 7 7 ਚੌਂਕਾ 28, ठीक है। 7 दूनी 14 6। ਤਾਂ ਆਪਾਂ ਇਹਦਾ ਕੱਟ ਕਟਾਈ ਕਰਾ ਕੇ ਜਿਹੜਾ ਆਨਸਰ ਆਊਗਾ ਉਹ ਆ ਰਿਹਾ ਹੈਗਾ, ਇਹਦੇ ਆਨਸਰ ਦੇ ਵਿੱਚ ਮਿਸਟੇਕ ਲੱਗ ਰਹੀ ਹੈ ਪੁੱਤਰੋ। 2 ਮਿੰਟ ਖੜੋ, ਆਪਾਂ ਇਹਦੇ 'ਤੇ ਹੱਲ ਕਰਾਂਗੇ ਸਵਾਲ, ਠੀਕ ਹੈ। ਇਸ ਤੋਂ ਬਾਅਦ ਆਪਾਂ ਅਗਲੇ ਚੱਲਦੇ ਹਾਂ। ਕਹਿੰਦੇ 100 ਕੇਲੇ ਵੇਚ ਕੇ ਇੱਕ ਫਲ ਵੇਚਣ ਵਾਲਾ 20 ਕੇਲਿਆਂ ਦੇ ਵੇਚ ਮੁੱਲ ਦੇ ਬਰਾਬਰ ਲਾਭ ਕਮਾਉਂਦਾ ਹੈ। ਇਹਦਾ ਆਪਾਂ ਉਹੀ ਕਰਕੇ ਕਰਿਆ ਜੀ, ਆਪਾਂ ਦਾਇਰੇ ਦੇ ਵਿੱਚ ਰਹਿਣਾ ਗਾ, ਠੀਕ ਹੈ। ਦਾਇਰੇ ਦੇ ਵਿੱਚ ਕਿਵੇਂ ਰਹਾਂਗੇ ਉਹ ਤੁਹਾਨੂੰ ਮੈਂ ਦੱਸ ਕੇ ਗਿਆ ਪਹਿਲੀ। ਉਦੋਂ ਆਪਾਂ ਦਾਇਰੇ ਦੇ ਵਿੱਚ ਰਹਿਣਾ, ਉਦੋਂ ਦਾਇਰੇ ਦੇ ਵਿੱਚ ਕਿੰਨੇ ਰਹਾਂਗੇ। 100 ਰੁਪਏ ਦੇ ਕੇਲੇ ਵੇਚ 100 ਕੇਲੇ ਵੇਚ ਕੇ ਇੱਕ ਵਾਰੀ 20 ਕੇਲੇ ਦੇ ਲਾਭ ਕਮਾ ਰਿਹਾ। ਕਹਿੰਦਾ ਮਤਲਬ ਕਿੰਨਾ ਲਾਭ ਕਮਾ ਰਿਹਾ ਉਹ, 100 ਅਤੇ 20 ਦੇ ਵਿੱਚ ਕਿੰਨੇ ਦੇ ਕੇ 80 ਰੁਪਏ ਦੇ ਕੇਲੇ ਲਿਆ ਕੇ ਉਹ, ਠੀਕ ਹੈ। 100 ਰੁਪਏ ਦੇ 80 ਕੇਲੇ ਉਹ 100 ਦੇ ਬਰਾਬਰ ਵੇਚ ਰਿਹਾ। ਮਤਲਬ ਇਹ ਹੈਗਾ, ਕਿਉਂਕਿ ਜੇ ਆਪਾਂ 100 ਦੇ ਵਿੱਚੋਂ 20 ਘਟਾਵਾਂਗੇ ਤਾਂ ਮਗਰ ਜਿਹੜੇ 80 ਦੇ ਕੇਲੇ ਉਹ 80 ਕੇਲੇ ਕੀ ਆ ਉਹ 100 ਰੁਪਏ ਦੇ ਕੇਲਿਆਂ ਦੇ ਬਰਾਬਰ ਵੇਚ ਰਿਹਾ। ਡਿਫਰੈਂਸ ਕਿੰਨਾ ਆ ਗਿਆ ਵਿਚਾਲੇ, 20 ਆ ਗਿਆ। ਖਰੀਦ ਕੇ ਕਿੰਨੇ ਲੈ ਕੇ ਆਇਆ ਸੀ ਉਹ 80 ਦੇ, ਗੁਣਾ 100, 0 ਨਾਲ 0 ਕੱਟੀ ਗਈ, ਠੀਕ ਹੈ। ਤਾਂ ਐਂ ਕਰੋ, ਜਾਂ ਤੁਸੀਂ ਇਹ ਕਰੋ 20 ਨੂੰ ਇਹਦੇ ਵੱਡਾ 4 ਨਾਲ, ਤਾਂ 25% ਭਾਈ ਆਨਸਰ ਹੈ ਬਿਲਕੁਲ ਸਹੀ ਆ ਗਿਆ। 100 ਕੇਲੇ ਵੇਚ ਕੇ ਉਹ 20 ਕਿੱਲਿਆਂ ਦੇ ਮੁੱਲ ਦੇ ਬਰਾਬਰ ਲਾਭ ਕਮਾ ਰਿਹਾ ਸੀ ਉਹ। ਕਹਿੰਦਾ ਮਤਲਬ ਕਿ 100 ਕਿੱਲੇ ਟੋਟਲ ਵੇਚਿਆ, 20 ਕਿੱਲੇ ਦਾ ਲਾਭ ਕਮਾ ਰਿਹਾ, ਕਿ 80 ਤੋਂ 100 ਦਾ ਲਾਭ ਕਮਾ ਰਿਹਾ ਉਹ। 80 ਰੁਪਏ ਦੀ ਚੀਜ਼ ਲਿਆ ਕੇ 100 'ਚ ਵੇਚ ਰਿਹਾ, ਠੀਕ ਹੈ। ਇੰਨਾ ਕੁ ਦਿਮਾਗ ਦਾ ਪੁੱਤੋ ਤੁਹਾਡਾ ਵੀ ਕੰਮ ਕਰਨਾ ਚਾਹੀਦਾ ਪੇਪਰ 'ਚ। ਆ ਵੀ ਜਮਾ ਸੇਮ ਟੂ ਸੇਮ ਹੈ। ਇਹ ਹੁਣ ਹਾਨੀ ਹੋ ਗਈ, ਜਦੋਂ ਆਪਾਂ ਹਾਨੀ ਹੋ ਜਦੋਂ ਆਪਾਂ ਦਾਇਰੇ ਤੋਂ ਬਾਹਰ ਹੋ ਜਾਵਾਂਗੇ। 36 ਸੰਤਰੇ ਵੇਚ ਕੇ ਇੱਕ ਦੁਕਾਨ ਦਾ 4 ਸੰਤਰਿਆਂ ਦੇ ਵੇਚ ਮੁੱਲ ਦੇ ਬਰਾਬਰ ਹਾਨੀ ਹੁੰਦੀ ਹੈ। 36 ਦੇ ਵਿੱਚ 4 ਜੋੜ ਕੇ ਕਿੰਨੇ ਬਣ ਗਏ 40। ਖਰੀਦੇ ਕਿੰਨੇ ਸੀ ਉਹਨੇ 36 ਗੁਣਾ 100, ਠੀਕ ਹੈ। ਹੁਣ ਆਪਾਂ ਇਹਨੂੰ ਘਟਾ ਦਾਂਗੇ, ਇਹ ਘਟਿਆ ਜਾਊ 20 ਤੇ, ਇਹ ਘਟਿਆ ਜਾਊਗਾ 18 ਤੇ, ਇਹ ਘਟਿਆ ਜਾਊਗਾ 10 ਤੇ, ਇਹ ਘਟਿਆ ਜਾਊਗਾ 9 ਤੇ, ਠੀਕ ਹੈ। ਇਹ ਬਣ ਗਿਆ 1000, ਠੀਕ ਹੈ। ਤਾਂ 1 ਮਿੰਟ, ਜੇ ਆਪਾਂ 32/36 ਕਰ ਦਈਏ, ਇਹਦੇ ਵਿੱਚ ਆਪਾਂ ਦੂਸਰੇ ਲੋਡ ਕਰ ਦਿੰਦੇ। ਦੇਖੋ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਭਾਈ ਆਪਾਂ ਨੂੰ ਹਾਨੀ ਹੋ ਗਈ, ਤਾਂ ਹਾਨੀ ਦੇ ਵਿੱਚ ਆਪਾਂ ਦਾਇਰੇ ਤੋਂ ਬਾਹਰ ਹੋ ਜਾਗੇ ਆਪਦੇ ਤੋਂ, ਠੀਕ ਹੈ। 36 ਵੇਚ ਤੇ ਉਹਨੇ ਕਿੰਨੇ ਵੱਧ ਆ ਗਏ, ਹਾਨੀ ਹੋ ਰਹੀ ਹੈ। ਜਿਹੜੇ 4 ਆ ਭਾਈ ਇਹਦੇ ਵਿੱਚ ਜੋੜ ਦੋ, 4 ਇਹਦੇ ਵਿੱਚ ਜੋੜ ਦੇਣੇ। 36 ਦੇ ਵਿੱਚ 4 ਜੋੜੇ ਕਿੰਨੇ ਬਣ ਗਏ 40, ਓਕੇ। ਕਿੰਨੇ ਦਾ ਫਰਕ, ਕਿੰਨੇ ਦਾ ਵੇਚ ਕੇ ਹਾਨੀ ਹੋ ਰਹੀ ਹੈ 4 ਦੀ ਵੇਚ ਕੇ, ਕਿੰਨਿਆਂ 'ਤੇ 40 'ਤੇ, ਗੁਣਾ 100 ਆ ਗਿਆ 10 'ਤੇ, ਆ ਗਿਆ 10 'ਤੇ, 10% ਇਹਦਾ ਭਾਈ ਆਨਸਰ ਆ ਚੁੱਕਿਆ। ਸੋ ਦੁਬਾਰੇ ਫਿਰ ਸਮਝਾਉਣਾ ਗਾ। ਦੇਖੋ ਜਦੋਂ ਤਾਂ ਆਪਾਂ ਕਿਸੇ ਚੀਜ਼ ਦੇ ਵਿੱਚ ਆਪਾਂ ਨੂੰ ਹਾਨੀ ਹੋ ਗਈ, ਕਿਸੇ ਚੀਜ਼ ਦੇ ਵਿੱਚ ਆਪਾਂ ਨੂੰ ਹਾਨੀ ਹੋ ਗਈ, ਫਿਰ ਤਾਂ ਆਪਾਂ ਦਾਇਰੇ ਤੋਂ ਬਾਹਰ ਹੋ ਜਾਵਾਂਗੇ। ਜੇ ਆਪਾਂ ਨੂੰ ਲਾਭ ਹੋਇਆ ਫਿਰ ਆਪਾਂ ਦਾਇਰੇ ਦੇ ਵਿੱਚ ਹੀ ਰਹਾਂਗੇ। ਕਹਿੰਦਾ ਮਤਲਬ ਜਿਵੇਂ 36 ਦਿੱਤੇ ਹੋਏ ਆਪਾਂ ਨੂੰ, ਫਿਰ ਤਾਂ ਆਪਾਂ 36 ਦੇ ਵਿੱਚ ਹੀ ਤੁਰੇ ਫਿਰਾਂਗੇ, ਬਾਹਰ ਨਹੀਂ ਜਾਵਾਂਗੇ ਆਪਾਂ। 36 ਦੇ ਵਿੱਚੋਂ ਘਟਾ ਵਧਾ ਕੇ ਆਪਾਂ ਜਿਵੇਂ ਅੱਗੇ ਪਲੱਸ ਕੀਤਾ ਉਵੇਂ ਕਰਾਂਗੇ। ਜੇਕਰ ਆਪਾਂ ਨੂੰ ਹਾਨੀ ਹੋ ਰਹੀ ਹੈ 36 ਦੇ, ਤਾਂ ਆਪਾਂ ਨੂੰ ਹਾਨੀ ਹੋ ਰਹੀ ਹੈ ਕਿੰਨੇ ਦੇ ਵੇਚ ਕੇ 4 ਦੀ ਵੇਚ ਕੇ। 36 ਦੇ 4 ਕਿੰਨੇ ਹੋ ਗਏ 40 ਦਾ ਲਾ ਲਓ ਥੱਲੇ, ਟੋਟਲ ਕਿੰਨੇ ਤੋਂ ਹੋ ਰਹੀ ਹੈ ਹਾਨੀ 4 ਸੰਤਰੇ ਬੋਲ ਰਹੇ, 4 ਲਾ ਦਿਓ ਉੱਪਰ, ਦਾਇਰੇ ਤੋਂ ਬਾਹਰ ਹੋ ਜਾਓ। 36 ਦੇ ਵਿੱਚ ਆਹ 4 ਜੋੜ ਕੇ 40 ਕਰ ਦਿਓ, 4 ਦੀ ਆਪਾਂ ਨੂੰ ਹਾਨੀ ਹੋ ਰਹੀ ਹੈ, ਗੁਣਾ 100, 10 ਨਾਲ ਆ ਗਿਆ, ਅਤੇ 10% ਭਾਈ ਇਹਦਾ ਆਨਸਰ ਆ ਚੁੱਕਿਆ। ਇਸ ਤੋਂ ਬਾਅਦ ਅਗਲਾ, ਇੱਕ ਆਦਮੀ 400 ਰੁਪਏ ਦੀ ਘੜੀ ਖਰੀਦੀ ਅਤੇ ਵੇਚ ਮੁੱਲ 'ਤੇ 20% ਲਾਭ 'ਤੇ ਵੇਚ ਦਿੱਤੀ। 400 ਰੁਪਏ ਦੀ ਘੜੀ ਦਾ ਖਰੀਦ ਲਿਆ ਆ, ਖਰੀਦੀ, ਠੀਕ ਹੈ। ਅਤੇ ਵੇਚ ਮੁੱਲ 'ਤੇ ਉਹਨੇ 20% ਲਾਭ 'ਤੇ ਵੇਚ ਦਿੱਤੀ।